ਧਾਮੀ ਥੋੜੀ ਬਹੁਤੀ ਤਾਂ ਸ਼ਰਮ ਕਰ, ਥੋੜੀ ਜੀ ਘੱਟੋ ਘੱਟ। ਮੈਂ ਹਿਟਲਰ ਕਿਹਾ ਤਾਂ ਚੀਕਾਂ ਨਿਕਲ ਗਈਆਂ। ਇੱਕ ਭੌਂਕਾ ਕਹਿੰਦਾ ਆ ਮੈਂ 51 ਬੰਦੇ ਮੁਅੱਤਲ ਕਰ ਲਏ ਤੇ ਮੈਨੂੰ ਹਿਟਲਰ ਦੱਸਦਾ ਆ। ਔਕਾਤ ਤਾਂ ਦਿਖਾਈ ਦਿੱਤੀ ਨਾ। ਇੰਨੀ ਵੀ ਸ਼ਰਮ ਨਹੀਂ ਆਈ ਵੀ ਜਿਸ ਦੇ ਪਿਤਾ ਨੇ ਕੌਮ ਵਾਸਤੇ ਸ਼ਹਾਦਤ ਦਿੱਤੀ ਉਸ ਦੇ ਪੁੱਤ ਨੂੰ ਵੀ ਤੂੰ ਨਹੀਂ ਬਖਸ਼ਿਆ। ਖੜ ਜੋ ਦੱਸਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕੁਝ ਅਜਿਹੀਆਂ ਕਰਤੂਤਾਂ ਐਸਜੀਪੀਸੀ ਨੇ ਕਿ ਨਾ ਚਾਹੁੰਦਿਆਂ ਹੋਇਆਂ ਵੀ ਆਏ ਦਿਨ ਮੈਨੂੰ ਐਪੀਸੋਡ ਕੱਢਣੇ ਪੈਂਦੇ ਨੇ, ਕਿਉਂਕਿ ਮੈਨੂੰ ਕੁਝ ਲੱਭਣ ਦੀ ਲੋੜ ਨਹੀਂ ਪੈਂਦੀ, ਥੋੜੀ ਜਿਹੀ ਸਟੱਡੀ ਕਰਨ ਦੀ ਲੋੜ ਪੈਂਦੀ। ਇਹਨਾਂ ਦੀਆਂ ਕਰਤੂਤਾਂ ਐਸੀਆਂ ਸਾਹਮਣੇ ਆਉਂਦੀਆਂ ਨੇ ਕਿ ਬੰਦਾ ਮਤਲਬ ਇਹ ਸੋਚਦਾ ਹੈ ਵੀ ਅਸੀਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਕਿਸੇ ਚੋਰਾਂ ਠੱਗਾਂ ਦੇ ਕਬੀਲੇ ਬਾਰੇ ਗੱਲ ਕਰ ਰਹੇ ਹਾਂ ਜਿਹੜੇ ਸਿਰਫ ਤੇ ਸਿਰਫ ਲੁੱਟਾਂ ਖੋਹਾਂ ਕਰਦੇ ਨੇ। ਖੈਰ ਐਸਜੀਪੀਸੀ ਉੱਤੇ ਤਾਂ ਬਾਅਦ ਦੇ ਵਿੱਚ ਆਉਂਦੇ ਆ, ਕੁਝ ਹੋਰ ਚੀਜ਼ਾਂ ਨੇ ਜ਼ਰੂਰੀ ਪਹਿਲਾਂ ਉਧਰ ਨਜ਼ਰ ਮਾਰ ਲੈਂਦੇ ਆ। ਇੱਕ ਤਾਂ ਮਲਾਣਾ ਡੈਮ ਹੈ ਜੀ ਕੁੱਲੂ ਦਾ, ਜਿਹੜਾ ਕਿ ਓਵਰਫਲੋ ਹੋ ਗਿਆ ਤੇ ਸਰਕਾਰ ਉਹਦੇ ਆਟੋਮੈਟਿਕਲੀ ਗੇਟ ਬਲੌਕ ਹੋ ਗਏ ਨੇ। ਫਲੱਡ ਗੇਟ ਜਿਹੜੇ ਹੁੰਦੇ ਨੇ ਉਹ ਨਹੀਂ ਖੁੱਲ ਰਹੇ, ਇਸ ਕਰਕੇ ਉਹ ਡੈਮ ਓਵਰਫਲੋ ਹੋ ਕੇ ਪਾਣੀ ਬਹਿ ਰਿਹਾ ਆ। ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਡੈਮ ਟੁੱਟ ਸਕਦਾ ਹੈ, ਤੇ ਜੇ ਡੈਮ ਟੁੱਟਦਾ ਹੈ ਤੇ ਨਾਲ ਪਾਰਵਤੀ ਨਦੀ ਲੱਗਦੀ ਹੈ ਤੇ ਪਾਰਵਤੀ ਨਦੀ ਦੇ ਨੇੜੇ ਤੇੜੇ ਜਿੰਨੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਆਗਾਹ ਕਰ ਦਿੱਤਾ ਗਿਆ ਹੈ। ਉਹ ਨੇੜੇ ਦੇ ਪਿੰਡ ਖਾਲੀ ਕਰ ਦਿੱਤੇ ਗਏ ਨੇ। ਉਹੀ ਹਾਲ ਕਿਤੇ ਨਾ ਕਿਤੇ ਪਟਿਆਲੇ ਦੇ ਵਿੱਚ, ਪੰਜਾਬ ਦੇ ਵਿੱਚ ਵੀ ਹੈ, ਕਿਉਂਕਿ ਪੰਜਾਬ ਦੇ ਵੀ ਕਈ ਇਲਾਕੇ ਜਿਹੜੇ ਹੈਗੇ ਨੇ ਪਾਣੀ ਦੀ ਮਾਰ ਝੇਲ ਰਹੇ ਨੇ। ਲਗਾਤਾਰ ਪਾਣੀ ਕਈ ਥਾਵਾਂ ਦੇ ਉੱਤੇ ਉਤਰ ਰਿਹਾ ਤੇ ਕਈ ਥਾਵਾਂ ਦੇ ਉੱਤੇ ਨਵੇਂ ਜਿਹੜੇ ਬੰਨ ਨੇ ਟੁੱਟ ਰਹੇ ਨੇ। ਜਿੱਦਾਂ ਦੂਸਰੇ ਚੈਨਲ ਦੇ ਉੱਤੇ ਅਖੰਡ ਬਾਣੀ ਪੰਥਕ ਮੀਡੀਆ ਦੇ ਉੱਤੇ ਅਸੀਂ ਕੱਲ੍ਹ ਐਪੀਸੋਡ ਲਗਾਇਆ ਵੀ ਉੱਥੇ ਛੋਟੀ ਨਦੀ ਸੀ ਤੇ ਉਹ ਵੀ ਟੁੱਟ ਗਈ ਹੈ ਤੇ ਪਿੰਡਾਂ ਦੇ ਪਿੰਡ ਪਾਣੀ ਦੀ ਮਾਰ ਝੇਲ ਰਹੇ ਨੇ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਇੱਕ ਦੂਜੇ ਦਾ ਅਸੀਂ ਹੱਥ ਫੜੀਏ, ਮਦਦ ਕਰੀਏ, ਕਿਉਂਕਿ ਜਿਹੜੀਆਂ ਵੱਡੀਆਂ ਸੰਸਥਾਵਾਂ ਬੈਠੀਆਂ ਹੋਈਆਂ ਨੇ ਐਸਜੀਪੀਸੀ ਵਰਗੀਆਂ ਸਿਰਫ ਦਿਖਾਵੇ ਕਰ ਸਕਦੇ ਨੇ, ਜ਼ਮੀਨੀ ਪੱਧਰ ਦੇ ਉੱਤੇ ਕੱਖ ਨਹੀਂ ਕਰ ਸਕਦੀਆਂ। ਤੁਹਾਨੂੰ ਦੱਸਦਾ ਆ ਵੀ ਇਹ ਗੁਰੂ ਘਰ ਦੇ ਪੈਸੇ ਕਿੱਦਾਂ ਇਲੈਕਸ਼ਨਸ ਦੇ ਵਿੱਚ ਲਾਉਂਦੇ ਨੇ ਤੇ ਗੁਰੂ ਘਰ ਦੇ ਪੈਸਿਆਂ ਦੀ ਲੋਕਾਂ ਨੂੰ ਦਾਰੂ ਤੱਕ ਪਿਆਉਂਦੇ ਨੇ। ਫਿਰ ਆਪਣਿਆਂ ਨੂੰ ਕਹਿੰਦੇ ਅਸੀਂ ਪੰਥਕ ਆ ਜੀ। ਖੜ ਜੋ ਉੱਥੇ ਵੀ ਆਨੇ ਆ। ਪਰ ਸੁਖਬੀਰ ਸਿੰਘ ਬਾਦਲ, ਥੋੜਾ ਜਿਹਾ ਉਹਨਾਂ ਨੂੰ ਸੁਣ ਲਈਏ। ਮੈਂ ਮਤਲਬ ਦਿਲੋਂ ਫੈਨ ਹੈ ਇਸ ਬੰਦੇ ਦਾ। ਇਹ ਬੰਦਾ ਜੋ ਗੱਲਾਂ ਕਰਦਾ ਹੈ ਨਾ, ਸੋਨੇ ਤੇ ਸੁਹਾਗਾ ਹੀ ਹੁੰਦਾ ਹੈ। ਪਹਿਲਾਂ ਆਓ ਗੱਲ ਥੋੜੀ ਜਿਹੀ ਸੁਣ ਲਈਏ ਇਸ ਵੀਰ ਦੀ। ਦੇਖੋ ਦਰਬਾਰ ਸਾਹਿਬ ਇੰਨਾ ਪਵਿੱਤਰ ਜਗ੍ਹਾ ਹੈ, ਉਸ ਟਾਈਮ ਗੁਰੂ ਸਾਹਿਬ ਕਿਸੇ ਅੰਮ੍ਰਿਤਧਾਰੀ ਸਿੱਖ ਤੋਂ ਇਹਦਾ ਨੀਂਹ ਪੱਥਰ ਖਾ ਸਕਦੇ, ਪਰ ਨਹੀਂ, ਇੱਕ ਮੁਸਲਮਾਨ ਮੀਆਂ ਮੀਰ ਤੋਂ ਉਹਨਾਂ ਨੇ ਨੀਂਹ ਪੱਥਰ। ਹਾਂਜੀ, ਹੁਣ ਸੰਗਤ ਜੀ ਇਹਨਾਂ ਤੋਂ ਕੋਈ ਪੁੱਛੇ, ਪੰਥਕ ਬਣਦੇ ਨੇ ਇਹ ਆਪਣੇ ਆਪ ਨੂੰ, ਇਹਨਾਂ ਨੂੰ ਇਹ ਪੁੱਛੇ ਕਿ 1588 ਤੇ 1699 ਦਾ ਤੁਹਾਨੂੰ ਇਤਿਹਾਸ ਪਤਾ ਹੈ ਕੀ ਹੈ? ਸੁਖਬੀਰ ਬਾਦਲ ਨੂੰ ਕੋਈ ਇਹੀ ਪੁੱਛ ਲੇ। ਖੈਰ ਇਹਨੂੰ ਕੌਣ ਕੀ ਪੁੱਛੇ ਜਿਹੜਾ ਆਪ ਆਪਣੀ ਸਟੇਜ ਤੋਂ ਇਹ ਕਹਿ ਦਿੰਦਾ ਹੈ ਕਿ ਪੰਜਾਬ ਦੀ ਸਭ ਤੋਂ ਘਟੀਆ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਨਹੀਂ, ਸ਼੍ਰੋਮਣੀ ਅਕਾਲੀ ਦਲ ਨਹੀਂ, ਇਹ ਨਿਕਲਿਆ ਸੀ ਨਾ। ਉਸ ਤੋਂ ਬਾਅਦ ਪਿਤਾ ਜੀ ਸਾਹਮਣੇ ਬੈਠੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਨੇ। ਇਹਨਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਆ? ਤਾਂ ਹੀ ਕਹਿ ਰਹੇ ਨੇ ਕਿ ਜੇ ਉਸ ਵੇਲੇ ਗੁਰੂ ਸਾਹਿਬਾਨ ਨੇ, ਕਿਹੜੇ ਗੁਰੂ ਸਾਹਿਬਾਨ ਨੇ, ਮੇਰੇ ਹਿਸਾਬ ਨਾਲ ਤਾਂ ਨਾਮ ਵੀ ਯਾਦ ਨਹੀਂ ਹੋਇਆ ਗੁਰੂ ਸਾਹਿਬਾਨ ਦਾ, ਗੁਰੂ ਅਰਜਨ ਦੇਵ ਜੀ ਨੇ 1588 ਦੇ ਵਿੱਚ ਸਾਈਂ ਮੀਆਂ ਮੀਰ ਤੋਂ ਨੀਂਹ ਰਖਵਾਈ ਸੀ ਸ਼੍ਰੀ ਦਰਬਾਰ ਸਾਹਿਬ ਦੀ। ਇਹ ਮੂਰਖ ਕਹਿੰਦੇ ਨੇ ਕਿ ਜੇ ਉਦੋਂ ਗੁਰੂ ਸਾਹਿਬਾਨ ਨੇ ਮਤਲਬ ਭੇਦਭਾਵ ਕਰਨਾ ਹੁੰਦਾ ਤਾਂ ਕਿਸੇ ਅੰਮ੍ਰਿਤਧਾਰੀ ਕੋਲੋਂ ਨੀਂਹ ਰਖਵਾਉਂਦੇ, ਤੇ ਅੰਮ੍ਰਿਤਧਾਰੀ ਕੋਲੋਂ ਨੀਂਹ ਰਖਵਾਉਂਦੇ। 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ। ਅੰਮ੍ਰਿਤ ਦੀ ਦਾਤ ਗੁਰੂ ਕਲਗੀਧਰ ਨੇ ਉਦੋਂ ਦਿੱਤੀ ਸੀ। ਨੀਂਹ ਪੱਥਰ ਉਹ ਤੋਂ ਬਹੁਤ ਪਹਿਲਾਂ ਰੱਖਿਆ ਗਿਆ। ਗਾਤਰੇ ਕਕਾਰ ਸਾਨੂੰ ਉਹ ਤੋਂ ਬਾਅਦ ਮਿਲੇ ਆ। ਇਹਨਾਂ ਨੂੰ ਕੋਈ ਸਮਝਾਓ ਜਿਹੜੀ ਪੰਥਕ ਜਮਾਤ ਬਣਦੀ ਹੈ ਕਿ ਆਪਣਾ ਇਤਿਹਾਸ ਥੋੜਾ ਬਹੁਤਾ ਤਾਂ ਪੜ੍ਹ ਲਓ, ਘੱਟੋ ਘੱਟ ਸਟੇਜਾਂ ਤੇ ਮੀਡੀਆ ਤੇ ਬੋਲਣ ਜੋਗੇ ਤਾਂ ਹੋ ਜਾਓ। ਐਦਾਂ ਤਾਂ ਨੱਕ ਨਾ ਕਟਵਾਓ ਵੀ ਲਓ ਜੀ ਪੰਥਕ ਜਮਾਤ ਆ ਸਾਡੀ। ਪੰਥਕ ਜਮਾਤ ਆ ਪੰਥਕ ਜਮਾਤ ਜਿਹਨਾਂ ਨੂੰ ਇਤਿਹਾਸ ਦੀ ਈੜੀ ਨਹੀਂ ਪਤਾ, ਗੱਲ ਕਰਦੇ ਨੇ। ਖੈਰ ਆਨੇ ਆ ਜੀ, ਉਹਦੇ ਤੇ ਵੀ ਆਨੇ ਆ, ਪਰ ਸ਼ੁਰੂਆਤ ਕਰਦੇ ਆ ਮੈਨੇਜਰ ਦਿਲਬਾਗ ਸਿੰਘ ਬਾਠ, ਗੁਰਦੁਆਰਾ ਸੁਖਚੈਨਾਣਾ ਸਾਹਿਬ ਫਗਵਾੜਾ। 200 ਕੁਇੰਟਲ ਕਣਕ ਜਿਨ੍ਹਾਂ ਨੇ ਚੋਰੀ ਕੀਤੀ ਸੀ ਤੇ ਇਹਨਾਂ ਦੇ ਕੋਲੋਂ 36 ਕੁਇੰਟਲ 85 ਕਿਲੋ ਕਣਕ ਦੇ 20-25 ਰੁਪਏ ਲੈ ਕੇ ਇਹਨਾਂ ਨੂੰ ਰਫਾ ਦਫਾ ਮਤਲਬ ਬਹਾਲ ਕਰ ਦਿੱਤਾ ਗਿਆ ਸੀ। ਤੇ ਜਿਹਨਾਂ ਨੇ ਬਹਾਲ ਕੀਤਾ ਸੀ ਉਹ ਸੀਗੇ ਸਰਵਣ ਸਿੰਘ ਕੁਲਾਰ, ਐਸਜੀਪੀਸੀ ਮੈਂਬਰ ਸਰਵਣ ਸਿੰਘ ਕੁਲਾਰ। ਕਿਉਂਕਿ ਸਰਵਣ ਬੜਿਆਂ ਨੂੰ ਕਨਫਿਊਜ਼ਨ ਹੋ ਰਹੀ ਹੈ ਕਿ ਸਰਵਣ ਸਿੰਘ ਫਲੋਰ ਉਹ ਐਮਪੀ ਸੀਗੇ ਜਾਂ ਐਮਐਲਏ ਸੀਗੇ ਫਲੋਰ ਵੱਲੋਂ, ਆਈ ਥਿੰਕ, ਠੀਕ ਹੈ, ਉਹ ਨਹੀਂ ਬੰਦਾ ਹੈਗਾ ਇਹ। ਸਰਵਣ ਸਿੰਘ ਕੁਲਾਰ ਮੈਂਬਰ ਐਸਜੀਪੀਸੀ। ਤੇ ਇਹਨਾਂ ਦੀਆਂ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ ਜੀ।
ਇਹਨਾਂ ਨੇ ਬਾਬਾ ਹਰਜੀਤ ਸਿੰਘ ਸੀਗੇ ਜੀ ਕਾਰ ਸੇਵਾ ਵਾਲੇ, ਬਾਬਾ ਹਰਜੀਤ ਸਿੰਘ ਦੇ ਨਾਲ ਮਿਲ ਕੇ ਮਤਲਬ ਤਕਰੀਬਨ 4.5 ਲੱਖ ਦਾ ਲੋਹਾ ਵੇਚਿਆ ਸੀ, ਉਹ ਵੀ ਪੈਸਾ ਸਾਰਾ ਡਕਾਰ ਗਏ। ਹੁਣ ਤੁਸੀਂ ਇਹ ਸੋਚੋ, ਗੁਰੂ ਘਰਾਂ ਦੀ ਇਹ ਕੋਈ ਚੀਜ਼ ਨਹੀਂ ਛੱਡਦੇ। ਇੱਕ ਥਾਂ ਤੇ ਗੁਰੂ ਘਰ ਦੀ ਇਮਾਰਤ ਨਵੀਂ ਬਣਨੀ ਹੈ ਤੇ ਉੱਥੇ ਸੋਨੇ ਦਾ ਛਤਰ ਹੀ ਗੁੰਮ ਕਰਤਾ ਇਹਨਾਂ ਨੇ, ਬਾਰੀਆਂ ਖਿੜਕੀਆਂ ਸਭ ਕੁਝ ਖਾ ਗਏ, ਡਕਾਰ ਮਾਰ ਗਏ। ਉਸ ਤੋਂ ਬਾਅਦ ਇਹਨਾਂ ਦੀ ਆਪਣੀ ਪੜਤਾਲੀਆ ਕਮੇਟੀ ਹੁੰਦੀ ਹੈ, ਆਪਣੀ ਫਲਾਈਂਗ ਹੁੰਦੀ ਹੈ, ਜਾਂਦੀ ਹੈ, ਜਾਂਚ ਕਰਦੀ ਹੈ, ਚਲੋ ਜੀ ਮੁਰਗਾ ਫਸ ਗਿਆ, ਚੱਲ ਕੋਈ ਗੱਲ ਨਹੀਂ ਕਾਕਾ ਤੂੰ 10 ਲੱਖ ਬਣਾਇਆ ਆ, ਚੱਲ 1 ਲੱਖ ਰੁਪਇਆ ਫਾਈਨ ਪਰ 9 ਬਚ ਗਿਆ ਤੇਰੇ ਕੋਲ, ਤਲ ਆ ਕਮਰੇ 'ਚ ਬਹਿਨੇ ਆ ਤੇ ਵੰਡੀਆਂ ਕਰਦੇ ਆ ਕਿੰਨਾ ਕਿੰਨਾ ਕਿਹਦੇ ਕਿਹਦੇ ਹਿੱਸਿਆਂ ਦਾ। ਆ ਧਾਮੀ ਸਾਹਿਬ ਤੁਹਾਡਾ ਲਾਣਾ ਉੱਤੋਂ ਸਿਆਣਾ, ਕਿਉਂਕਿ ਹੁਣ ਆ ਗਿਆ ਮੈਂ ਤੁਹਾਡੀਆਂ ਬੇਵਕੂਫੀਆਂ ਜੱਗ ਜ਼ਾਹਿਰ ਕਰਨ ਵਾਸਤੇ। ਹੁਣ ਤੁਸੀਂ ਜਿੰਨਾ ਮਰਜ਼ੀ ਬਣੀ ਜੋ, ਹਿਟਲਰ ਵੀ ਹੈਗੇ ਹੋ, ਹਿਟਲਰ ਤੋਂ ਕਿਤੇ ਉੱਤੇ ਚਲੇ ਗਏ ਹੋ ਤੁਸੀਂ। ਮੈਂ ਸੀਰੀਅਸਲੀ ਕਹਿ ਰਿਹਾ ਆ, ਅਬਦਾਲੀ ਹੋ ਗਏ, ਔਰੰਗਜ਼ੇਬ ਹੋ ਗਿਆ, ਮੱਸਾ ਰੰਗੜ ਹੋ ਗਏ, ਠੀਕ ਹੈ ਨਾ, ਇਹ ਜਿੰਨੇ ਮਤਲਬ ਜਿਨ੍ਹਾਂ ਨੇ ਵੀ ਅੱਜ ਤੱਕ ਹਮਲੇ ਕੀਤੇ ਨੇ ਨਾ ਸਿੱਖ ਕੌਮ ਦੇ ਉੱਤੇ ਜਾਂ ਪੰਜਾਬ ਦੇ ਉੱਤੇ, ਉਹਨਾਂ ਸਾਰਿਆਂ ਤੋਂ ਗਾਂਹ ਲੰਘ ਗਏ ਹੋ ਤੁਸੀਂ, ਸਾਰਿਆਂ ਤੋਂ ਗਾਂਹ। ਗਾਤਰੇ ਚੋਲਿਆਂ ਵਾਲੇ ਮਸੰਦ, ਮੈਂ ਅਗਰ ਕਹਿਣਾ ਆ ਤਾਂ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ, ਤੁਹਾਨੂੰ ਗਰਵ ਹੋਣਾ ਚਾਹੀਦਾ ਆ ਕਿ ਹਾਂ ਵਾਕਈ ਅਸੀਂ ਹੈਗੇ ਆ। ਸਾਰੇ ਨਹੀਂ, ਜਾਗਦੀਆਂ ਜ਼ਮੀਨਾਂ ਵਾਲੇ ਬੜੇ ਨੇ, ਪਰ ਹਾਂ ਜਿਹੜੇ ਤਲਵੇ ਚੱਟ ਨੇ ਉਹ ਹੈਗੇ ਨੇ, ਉਹ ਹੈਗੇ ਨੇ, ਸੀਗੇ, ਰਹਿਣਗੇ, ਪਰ ਕੜਾਏ ਵੀ ਚੜਨਗੇ। ਫਿਰ ਉਸ ਤੋਂ ਬਾਅਦ ਮਸੰਦ ਸਾੜੇ ਵੀ ਜਾਣਗੇ, ਇਹ ਵੀ ਯਾਦ ਰੱਖਿਓ। ਖੈਰ ਹੁਣ ਆਨੇ ਆ ਜੀ ਗੁਰਾਂ ਤੇ, ਮੈਨੇਜਰ ਬਾਬਾ ਵੀੜ ਸਾਹਿਬ, ਉਹੀ ਗੁਰਾਂ, ਅਨਪੜ੍ਹ ਗਵਾਰ, ਫੀਮ ਖਾਣਾ। ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਮੈਨੇਜਰ ਸੁਲਤਾਨਪੁਰ ਲੋਧੀ ਗਿਆ, ਉੱਥੇ ਜਾ ਕੇ ਬੀਜੇਪੀ ਦੀ ਰੈਲੀ ਵਾਸਤੇ ਇਹਨੇ ਅਨਾਜ ਚੋਰੀ ਕਰਕੇ ਉਹ ਸਾਰੀ ਆਡੀਓ ਵੀ ਤੁਹਾਨੂੰ ਸੁਣਾਈ ਹੋਈ ਹੈ, ਵੇਚਣ ਦੀ ਕੋਸ਼ਿਸ਼ ਕੀਤੀ, ਠੀਕ ਹੈ। ਜ਼ਮੀਨ ਉੱਥੇ ਦੀ ਐਕਵਾਇਰ ਜਿਹੜੀ ਕੀਤੀ ਜਾ ਰਹੀ ਸੀ ਗੁਰੂ ਘਰ ਵਾਸਤੇ, ਜਿਹੜੀ ਪਾਰਕਿੰਗ ਵਾਸਤੇ, ਉਹਦੇ ਵਿੱਚ ਵੀ ਮਤਲਬ ਬਿਆਨਾ ਹੋਇਆ ਸੀ ਤੇ ਉਹਦੇ ਉੱਤੇ ਵੀ ਪੈਸੇ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਿਆਨਾ ਦੁਆਰਤ ਕਰਵਾਇਆ ਜਾਵੇ। ਉਸ ਤੋਂ ਇਲਾਵਾ ਬਾਕੀ ਜਿਹੜੀ ਜ਼ਮੀਨ ਦਰਸ਼ਨ ਸਿੰਘ ਬਾਹ ਰਿਹਾ ਸੀਗਾ ਬਾਬਾ ਜ਼ਬਰਦਸਤੀ, ਉਹਦੇ ਕੋਲੋਂ 20 ਲੱਖ ਰੁਪਈਆ ਗੁਰਾਂ ਲੈ ਕੇ ਤੇ ਉਹਦੇ ਖਾਤੇ 'ਚ ਭੁਗਤ ਗਿਆ ਤੇ ਉਹਨੂੰ ਸਟੇ ਦਵਾਤੀ, ਜਦਕਿ ਇਹਨੂੰ ਸੰਗਤ ਦੇ ਖਾਤੇ 'ਚ ਭੁਗਤਣਾ ਚਾਹੀਦਾ ਸੀਗਾ। ਹੁਣ ਇਸ ਨੂੰ ਸਪੋਰਟ ਕਰਨ ਵਾਲਾ ਜਿਹੜਾ ਹੈਗਾ ਆ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਹੈ ਜੀ, ਪਿੰਡ ਭੂਰਾ ਕੋਨਾ ਖੇਮਕਰਨ। ਹੁਣ ਮੈਨੂੰ ਮਤਲਬ ਮਾਫੀ ਚਾਹੁੰਦਾ ਆ, ਪਰ ਮੈਨੂੰ ਕਹਿਣਾ ਪਊਗਾ ਕਿਉਂਕਿ ਮੈਂ ਝੂਠ ਨਹੀਂ ਬੋਲ ਸਕਦਾ। ਇਹ ਜਿਨ੍ਹਾਂ ਦਾ ਨਾਮ ਲੈ ਰਿਹਾ ਹੈ ਸੰਤ ਗਿਆਨੀ ਕਰਤਾਰ ਸਿੰਘ ਦੇ ਬੇਟੇ ਨੇ। ਮੈਂ ਹੱਥ ਬੰਨ ਕੇ ਉਸ ਰੱਬੀ ਰੂਹ ਤੋਂ ਮਾਫੀ ਮੰਗਦਾ ਹਾਂ ਕਿ ਮੈਂ ਇਹ ਚੀਜ਼ ਜੱਗ ਜ਼ਾਹਿਰ ਕਰ ਰਿਹਾ ਹਾਂ, ਪਰ ਕਰਨੀ ਪੈਣੀ ਹੈ ਕਿਉਂਕਿ ਸਾਡੇ ਸ਼ਹੀਦਾਂ ਦੇ ਪਰਿਵਾਰ, ਯੋਧਿਆਂ ਦੇ, ਜਿਨ੍ਹਾਂ ਨੇ ਕੌਮ ਵਾਸਤੇ ਬਹੁਤ ਕੁਝ ਕੀਤਾ ਨਾ, ਜਾਂ ਤਾਂ ਇਹਨਾਂ ਨੇ ਉਹਨਾਂ ਨੂੰ ਵੀ ਆਪਣੇ ਵਰਗਾ ਬਣਾ ਲਿਆ ਆ, ਤੇ ਜਿਹੜੇ ਨਹੀਂ ਬਣੇ ਤੇ ਉਹਨਾਂ ਨੂੰ ਇਹਨਾਂ ਨੇ ਮਤਲਬ ਇੰਨਾ ਕਿ ਅੰਡਰ ਐਸਟੀਮੇਟ ਕੀਤਾ ਹੈ ਕਿ ਉਹਨਾਂ ਨੂੰ ਮਤਲਬ ਤੁਸੀਂ ਇਹ ਸੋਚ ਲਓ ਭਿਖਾਰੀਆਂ ਵਾਂਗੂ ਟਰੀਟ ਕਰਦੇ ਨੇ। ਇਹ ਉਹਨਾਂ ਤੇ ਅਹਿਸਾਨ ਜਤਾਉਂਦੇ ਨੇ, ਤਾਂ ਕੀ ਹੋਇਆ ਤੇਰੇ ਪਿਓ ਨੇ ਆਹ ਕੀਤਾ, ਤਾਂ ਕੋਈ ਨਹੀਂ ਤੈਨੂੰ ਮਿਲ ਗਈ ਨਾ ਐਸਜੀਪੀਸੀ ਦੀ ਨੌਕਰੀ, ਬਹੁਤ ਆ, ਕੱਢ ਕੇ ਬਾਹਰ ਮਾਰਾਂਗੇ ਤੈਨੂੰ, ਸਾਡੇ ਹਿਸਾਬ ਨਾਲ ਚੱਲ। ਉਹ ਵੀ ਦੱਸਦਾ ਆ ਕਿੱਦਾਂ ਅੱਗੇ, ਉਹ ਵੀ ਦੱਸਦਾ ਆ। ਪਰ ਮੈਨੂੰ ਜਿੱਥੇ ਤੱਕ ਪਤਾ ਲੱਗਿਆ, ਜੋ ਇਨਫੋਰਮੇਸ਼ਨ ਮੇਰੇ ਕੋਲ ਪਹੁੰਚੀ ਆ, ਮਨਜੀਤ ਸਿੰਘ ਜਿਹੜੇ ਹੈਗੇ ਨੇ, ਇਹਨਾਂ ਦਾ ਚਾਹੇ ਡਰਾਈਵਰ ਹੋਵੇ ਚਾਹੇ ਹੋਰ ਜਿੰਨੇ ਬੰਦੇ ਤਾਮਝਾਮ ਨਾਲ ਚੁੱਕੀ ਫਿਰਦੇ ਨੇ, ਠੀਕ ਹੈ ਨਾ, ਜੋ ਵੀ ਇਹ ਕੰਮਕਾਰ ਕਰਦੇ ਨੇ, ਜਿੰਨੇ ਵੀ ਇਸ ਮੈਂਬਰ ਦੇ ਨਾਲ ਬੰਦੇ ਹੁੰਦੇ ਨੇ, ਉਹਨਾਂ ਸਾਰਿਆਂ ਦੀ ਤਨਖਾਹ ਜਿਹੜੀ ਹੈਗੀ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਗੁਰਦੁਆਰੇ ਦੀ ਗੋਲਕ 'ਚ ਜਾਂਦੀ ਹੈ। ਤਾਂ ਓਬਸ ਕੌਣ ਦਿੰਦਾ ਆ? ਗੁਰਾਂ। ਹਿਸਾਬ ਕਿਤਾਬ ਚਾਹੀਦਾ ਜੀ ਇਹਦਾ। ਮੇਰੇ ਵਾਸਤੇ ਸਾਰੇ ਇੱਕ ਬਰਾਬਰ ਨੇ। ਜਿਨ੍ਹਾਂ ਨੇ ਕੌਮ ਵਾਸਤੇ ਕੁਝ ਕੀਤਾ ਉਹ ਯੋਧੇ ਸੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਯੋਧੇ ਸੀ, ਪਰ ਅੱਗੇ ਅਗਰ ਉਹਨਾਂ ਦੀਆਂ ਔਲਾਦਾਂ ਕੁਝ ਗਲਤ ਕਰਦੀਆਂ ਨੇ ਤਾਂ ਮਾਫ ਕਰਨਾ। ਉਹਨਾਂ ਯੋਧਿਆਂ ਨੂੰ ਦੇਖ ਕੇ ਅਸੀਂ ਇੱਕ ਵਾਰ ਚੁੱਪ ਕਰ ਸਕਦੇ ਹਾਂ, ਬਾਰ-ਬਾਰ ਨਹੀਂ। ਜਾਂ ਤੁਸੀਂ ਆਪ ਸੁਧਰ ਜਾਓ ਤੇ ਜਾਂ ਤੁਸੀਂ ਆਪ ਬਿਆਨ ਦੇ ਦਿਓ। ਉਸ ਤੋਂ ਬਾਅਦ ਅਗਰ ਤੁਹਾਨੂੰ ਇਸ ਚੀਜ਼ 'ਚ ਕੋਈ ਸ਼ੱਕ ਹੈ, ਤੁਹਾਨੂੰ ਸਬੂਤ ਚਾਹੀਦੇ ਨੇ ਵੀ ਆਖਿਰ ਤੁਹਾਡੇ ਉੱਤੇ ਇਹ ਐਲੀਗੇਸ਼ਨ ਕਿੱਦਾਂ ਲਾਏ ਗਏ, ਤਾਂ ਤੁਹਾਨੂੰ ਖੁੱਲੀ ਛੁੱਟੀ ਹੈ ਡੈਫਾਮੇਸ਼ਨ ਪਾਉਣ ਦੀ, ਠੀਕ ਹੈ ਜੀ, ਤੁਸੀਂ ਪਾ ਸਕਦੇ ਹੋ। ਤੇ ਸਬੂਤ ਫਿਰ ਅਸੀਂ ਆਪਣੇ ਆਪ ਪੇਸ਼ ਕਰਾਂਗੇ, ਕੌਣ ਕਿੱਥੇ ਕਿੱਦਾਂ ਕਿੰਨੇ ਪਾਣੀ 'ਚ ਹੈ। ਤੇ ਸੰਗਤ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਹਾਂ ਉਸ ਹਿਸਾਬ ਦੇ ਨਾਲ ਜਿਹੜੇ ਵੀ ਤੁਹਾਡੇ ਨੇੜੇ ਤੇੜੇ ਐਸਜੀਪੀਸੀ ਮੈਂਬਰ ਹੋਣ, ਐਸਜੀਪੀਸੀ ਦੀ ਘਟੀਆ ਜਿਹੜੀ ਜਮਾਤ ਹੈਗੀ ਹੈ ਚੰਗਿਆਂ ਨੂੰ ਛੱਡ ਕੇ, ਉਹਨਾਂ ਦੇ ਖਿਲਾਫ ਤੁਸੀਂ ਆਪਣੇ ਨੇੜਲੇ ਥਾਣਿਆਂ ਦੇ ਵਿੱਚ ਜਾ ਕੇ ਦਰਖਾਸਤਾਂ ਦੇਣੀਆਂ ਸ਼ੁਰੂ ਕਰੋ, ਆਰਟੀਆਈਆਂ ਪਾਓ। ਇਹ ਚਾਹੇ ਜਵਾਬ ਦੇਣ ਚਾਹੇ ਨਾ ਦੇਣ, ਠੀਕ ਹੈ ਜੀ। ਡੀਆਈਜੀ ਪੰਜਾਬ ਨੂੰ ਦਰਖਾਸਤਾਂ ਦੇਣੀਆਂ ਸ਼ੁਰੂ ਕਰੋ ਕਿ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿੰਨੇ ਵੀ ਮੈਂਬਰ ਹੈਗੇ ਨੇ ਐਸਜੀਪੀਸੀ ਦੇ, ਮੈਂਬਰ ਬਣਨ ਤੋਂ ਪਹਿਲਾਂ ਇਹਨਾਂ ਦੀ ਕੀ ਔਕਾਤ ਸੀ ਤੇ ਅੱਜ ਇਹ ਕਿੱਥੇ ਖੜੇ ਨੇ, ਜਿੰਨੇ ਵੀ ਮੈਂਬਰ ਨੇ,
ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਸਾਰਿਆਂ ਦੀ ਇਹ CBI ਜਾਂਚ ਹੋਣੀ ਚਾਹੀਦੀ ਹੈ। ਕਿੰਨੀਆਂ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ। SGPC ਦੇ 1925 ਐਕਟ ਦੇ ਅਧੀਨ ਇਹ ਕੋਈ ਵੀ ਗੁਰੂ ਘਰ ਦੀ ਜ਼ਮੀਨ ਨਹੀਂ ਵੇਚ ਸਕਦੇ, ਨਾ SGPC ਦਾ ਕੋਈ ਵੀ ਮੈਂਬਰ ਉਹਨਾਂ ਨੂੰ ਪੱਟੇ ਤੇ ਲੈ ਸਕਦਾ, ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਦੇ ਸਕਦਾ ਠੇਕੇ ਤੇ। ਕਿੰਨੀਆਂ ਜ਼ਮੀਨਾਂ ਕਿਹਦੇ ਕੋਲ ਨੇ, ਕਿੰਨਾ ਉਹਦਾ ਠੇਕਾ ਦਾ, ਕੌਣ ਖਾਂਦਾ ਤੇ ਕਿਹਨਾਂ ਦੇ ਕੋਲ ਉਹ ਜ਼ਮੀਨਾਂ ਚੜੀਆਂ ਹੋਈਆਂ ਨੇ ਪੱਟੇ ਤੇ, ਇਹ ਵੀ ਸਾਰੀਆਂ ਸਾਨੂੰ ਡਿਟੇਲਸ ਚਾਹੀਦੀਆਂ ਨੇ। ਇਹਦੀ ਵੀ CBI ਜਾਂਚ ਹੋਣੀ ਚਾਹੀਦੀ ਹੈ। ਕਿਹੜੇ ਗੁਰੂ ਘਰਾਂ ਦੇ ਵਿੱਚ ਕਿੰਨੀ ਗੋਲਕ ਹੁੰਦੀ ਹੈ ਮੰਥਲੀ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹ 1925 ਐਕਟ ਨੂੰ ਢਾਲ ਬਣਾ ਕੇ ਲੱਗੇ ਹੋਏ ਨੇ ਗੁਰੂ ਘਰ ਦੀ ਗੋਲਕ ਲੁੱਟਣ, ਜੋ ਹੁਣ ਮੈਂ ਲੁੱਟ ਹੋਣ ਨਹੀਂ ਦੇਣੀ। ਅੱਗੇ ਤੁਹਾਨੂੰ ਪਤਾ ਲੱਗ ਜਾਏ ਕਿੱਦਾਂ ਲੁੱਟ ਰਹੇ ਨੇ, ਕਰੋੜਾਂ ਅਰਬਾਂ ਰੁਪਈਆਂ ਦਾ ਚੂਨਾ ਇਹ ਕਿੱਦਾਂ ਗੋਲਕ ਨੂੰ ਹੋਰ ਲਾ ਰਹੇ ਨੇ। ਪਹਿਲਾਂ ਜਿਹੜੇ ਕਰਤੂਤਾਂ ਦੱਸਦੀਆਂ ਕੱਲ ਰਘਵੀਰ ਸਿੰਘ ਰਾਜਾ ਸਾਸੀ ਦੇ ਜੋ ਮੈਂ ਤੁਹਾਨੂੰ ਡਿਟੇਲ ਦੱਸੀ, ਉਹ ਤਾਂ ਇੱਕ ਪੰਨਾ ਆ, ਅੱਗੇ ਇਦਾਂ ਦੇ ਬਹੁਤ ਪੰਨੇ ਨੇ ਜਿਹੜੇ ਲਗਾਤਾਰ ਪਰਤ ਦਰ ਪਰਤ ਜਦੋਂ ਖੋਲਾਂਗਾ ਨਾ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਅਸੀਂ ਕਿੱਥੇ ਖੜੇ ਆ। ਗੁਰੂ ਘਰਾਂ ਦੇ ਅੰਦਰ ਜਿਹੜੇ ਗਾਤਰੇ ਚੋਲੇ ਪਾ ਕੇ ਇਹ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਨਾ, ਇਹ ਪੰਥਕ ਚਿਹਰਿਆਂ ਦੇ ਪਿੱਛੇ ਮਸੰਦ ਕਿੰਨੇ ਹੱਦ ਤੱਕ ਵੱਧ ਚੁੱਕੇ ਨੇ ਗੁਰੂ ਘਰਾਂ ਦੇ ਵਿੱਚ, ਜਿਹਨਾਂ ਵਾਸਤੇ ਸਿਰਫ ਜਾਇਦਾਦ ਬਣ ਗਈ ਹੈ, ਇਹਨਾਂ ਦੀ ਪਰਸਨਲ ਪ੍ਰਾਪਰਟੀ ਬਣ ਗਈ ਆ ਗੁਰੂ ਘਰ ਤੇ। ਫਿਰ ਜਦੋਂ ਅਸੀਂ ਕਹਿੰਦੇ ਆ ਫਿਰ ਚੀਕਾਂ ਨਿਕਲਦੀਆਂ ਨੇ, ਫਿਰ ਸਟੇਜਾਂ ਤੇ ਜਾ ਕੇ ਸਰਕਾਰ ਨੇ ਭੌਂਕਾ ਰੱਖ ਲਿਆ, ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ, ਤੁਸੀਂ ਆਪਣੀਆਂ ਕੁੱਤੀਆਂ ਕਰਤੂਤਾਂ ਸੁਧਾਰ ਲਓ, ਗੰਦੀਆਂ ਕਰਤੂਤਾਂ। ਚੋਰ ਠੱਗ ਡਾਕੂ ਸਾਰੇ ਤੁਸੀਂ ਪਾਲੇ ਹੋਏ ਆ। ਚੋਰ ਮੋਰੀ ਥਾਣੀਆਂ, ਜੋ ਚੀਜ਼ ਹੋਵੇ ਚੱਲ ਉਧਰ, ਜੋ ਚੀਜ਼ ਹੋਵੇ ਚੱਲ ਉਧਰ, ਕੋਈ ਨਹੀਂ ਉਧਰ ਵੀ ਆਨੇ ਆ। ਠੀਕ ਹੈ ਜੀ, ਪਹਿਲਾਂ ਆਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਕਲੀਅਰ ਹੋਣੀ ਚਾਹੀਦੀ ਹੈ। ਹੁਣ ਆ ਜਾਂਦੇ ਆ ਸੰਗਤ ਜੀ, ਇਹਨਾਂ ਦੇ ਹੀ ਜਿਹੜੇ EMPLOYE ਹੈਗੇ ਨੇ, ਜਿਹੜੇ ਪਾਠੀ ਸਿੰਘ ਅਖੰਡ ਪਾਠ ਕਰਦੇ ਨੇ। ਠੀਕ ਹੈ ਜੀ, ਉਹ ਪਾਠੀ ਸਿੰਘਾਂ ਦੇ ਨਾਲ ਇਹ ਕੀ ਕਰਤੂਤਾਂ ਕਰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ। ਮਤਲਬ ਰੋਲ ਲਾਉਂਦੇ ਨੇ, ਅਖੰਡ ਪਾਠ ਕਰਦੇ ਨੇ ਤੇ ਉਹਦੇ ਵਿੱਚ 50 ਰੁਪਏ ਦਾ ਅਗਰ ਉਹਨਾਂ ਨੇ ਵਾਧਾ ਕਰਵਾਉਣਾ ਨਾ, ਵੀ ਅਗਰ ਅਸੀਂ ਅਖੰਡ ਪਾਠ ਕਰ ਰਹੇ ਹਾਂ ਤਾਂ ਸਾਡੇ ਅਖੰਡ ਪਾਠ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਜਾਵੇ ਜਾਂ 100 ਰੁਪਏ ਦਾ ਵਾਧਾ ਕੀਤਾ ਜਾਵੇ, ਉਹਦੇ ਪਿੱਛੇ ਵੀ ਇਹਨਾਂ ਦੇ ਮੈਨੇਜਰ ਪਾਠੀਆਂ ਨੂੰ ਕਿੱਦਾਂ ਕਹਿੰਦੇ ਨੇ ਪਤਾ? ਤੁਹਾਡੀਆਂ ਧੌਣਾ ਲਾ ਦਾਂਗੇ। ਜਦੋਂ ਪਾਠੀਆਂ ਨੂੰ ਇਹ ਕਿਹਾ ਗਿਆ ਕਿ ਤੁਹਾਡੀਆਂ ਧੌਣਾ ਲਾ ਦਾਂਗੇ, ਤੇ ਮੈਨੇਜਰ ਹੈਗਾ ਆ ਜੀ ਜਿਹਨੇ ਇਹ ਘਟੀਆ ਕਰਤੂਤ ਕੀਤੀ, ਸੁਲੱਖਣ ਸਿੰਘ। ਆਹ ਇੱਕ ਪਹਿਲਾਂ ਵੀਡੀਓ ਪਲੇ ਕਰ ਰਿਹਾ ਆ, ਸੁਣ ਲਓ। ਇਹ ਵੀਡੀਓ ਮੈਨੂੰ ਨਹੀਂ ਪਤਾ ਕਦੋਂ ਕੀ ਦੀ ਹੈ, ਬਟ ਰੀਸੈਂਟ ਹੀ ਲੱਗ ਰਹੀ ਹੈ, ਜ਼ਿਆਦਾ ਪੁਰਾਣੀ ਨਹੀਂ ਲੱਗ ਰਹੀ ਵੀਡੀਓ। ਠੀਕ ਹੈ ਜੀ, ਪਾਠੀ ਸਿੰਘਾਂ ਦੇ ਨਾਲ ਕਿੰਨੇ ਪਿਆਰ ਦੇ ਨਾਲ ਇਹ ਪੇਸ਼ ਆਏ ਹੋਣਗੇ। ਜਿਹੜਾ ਪਾਠੀ ਸਿੰਘ SGPC ਦੇ ਹੀ ਪਾਠੀ ਸਿੰਘ ਨਿਕਲ ਕੇ ਸੜਕਾਂ ਉੱਤੇ ਬੈਠੇ ਨੇ। ਆਓ ਪਹਿਲਾਂ ਇੱਕ ਵਾਰ ਵੀਡੀਓ ਤੇ ਨਜ਼ਰ ਮਾਰਦੇ ਹਾਂ। ਕੁਲਵੰਤ ਸਿੰਘ ਮੈਨੇਜਰ ਆ, ਇਹਨੂੰ ਕੱਟ ਕਰ। ਇਹ ਗੱਲ ਕੁਲਵੰਤ ਸਿੰਘ ਬਜੀਤਪੁਰ ਫਿਰੋਜ਼ਪੁਰ ਦਾ ਮੈਨੇਜਰ ਜੀ, ਉਹ ਅੱਗੋਂ ਧਮਕੀਆਂ ਦਿੰਦਾ ਆ। ਧਮਕੀਆਂ ਤੇ ਤੁਸੀਂ ਵੀ ਸਾਨੂੰ ਦਿੱਤੀਆਂ ਜੀ। ਤੁਸੀਂ ਵੀ ਕਿਹਾ ਵੀ ਤੁਹਾਨੂੰ 2017 ਜੀ ਘੱਲਿਆ ਹੁੰਦਾ, ਘਰਾਂ ਨੂੰ ਪਤਾ ਲੱਗ ਜਾਣਾ ਸੀ। ਬਡੂੰਗਰ ਸਾਹਿਬ ਡਰ ਗਏ ਤੁਹਾਡੇ ਤੋਂ ਜੀ। ਹੁਣ ਵੀ ਤੁਸੀਂ ਸਾਡਾ ਵਿਰੋਧ ਕਰਦੇ, ਅਸੀਂ ਭਰਾਵਾਂ ਵਾਂਗੂ ਤੁਰੇ। ਸਾਨੂੰ 15 ਮਾਰਚ ਦੇ ਮਗਰ ਤੁਰੇ ਫਿਰਦੇ ਆ। ਸਾਨੂੰ ਇੰਨਾ ਜਲੀਲ ਕੀਤਾ ਗਿਆ ਆ, ਸਾਡਾ ਤਾਂ ਹੁਣ ਦਫ਼ਤਰ ਵਾਰ ਨੂੰ ਜਿਹੜੀ ਗੱਲ ਅੱਜ ਵੀ ਸਾਨੂੰ ਮਜਬੂਰ ਕੀਤਾ। ਚੰਗੇ ਭਲੇ ਵਿਚਾਰੇ ਸੇਰੀਆ ਫੇਰ ਜੇ ਇੱਥੇ ਸਾਡਾ ਸਕੱਤਰ ਹੈ ਮੇਰਾ ਖਿਆਲ ਕੁਲਵਿੰਦਰ ਸਿੰਘ ਆ, ਉਹ ਸਾਨੂੰ ਦੱਸਦਾ ਤੁਹਾਡੇ ਖਰਚੇ ਜਿਹੜੇ AC ਚੱਲਦੇ, ਤੁਹਾਡੇ ਕੱਲੇ ਸਾਡੇ AC ਦੇ ਗੁਰੂ ਸਾਹਿਬ ਦੇ ਉੱਪਰ ਲੱਗੇ ਆ, ਉਹਦਾ ਖਰਚਾ ਵੀ ਸਾਨੂੰ ਪਾਉਂਦੇ ਆ। ਜਿਹੜੇ ਦਫ਼ਤਰ 'ਚ AC ਚੱਲਦੇ ਸਕੱਤਰ ਸਾਹਿਬ ਆਪ ਤਾਰਦੇ ਕੁਲਵਿੰਦਰ ਸਿੰਘ ਜੀ। ਨਹੀਂ ਲਾ ਲੈਣਾ ਏਸੀਆਂ ਸਾਨੂੰ ਕੀ ਆ, ਲਾ ਲੈਣ ਸੰਦਾ ਆਪਦੀ ਰੋਟੀ ਨਾਲ ਰੋਟੀ ਤੇ ਚੜਵਾ ਤੇ ਤਾਂ ਵੀ ਇਹ ਦੁਖੀ ਜਾਂਦੇ ਆ। ਫੇਰ ਸਾਨੂੰ ਆਂਦੇ ਆ ਵੀ ਸਾਨੂੰ ਘਾਟਾ ਪੈਂਦਾ ਆ, ਕਮਾਈ ਅਖੰਡ ਪਾਠੀ ਸਿੰਘ ਕਰਕੇ ਦੇਣ, ਘਾਟਾ ਤਾਂ ਵੀ ਪੈਂਦਾ ਆ। ਸਾਡੇ ਸਿੰਘ ਮੈਡੀਕਲ ਇੰਸ਼ੋਰੈਂਸ ਨਹੀਂ, ਇਲਾਜ ਤੋਂ ਬਿਨਾਂ ਉਹ ਮਰਦੇ ਰਹਿੰਦੇ। ਹੁਣ ਅਜੇ 24-25 ਸਾਲ ਦਾ ਸਾਡਾ ਸਿੰਘ ਚੜਾਈ ਕਰਕੇ ਇਲਾਜ ਤੋਂ ਬਿਨਾਂ ਹੀ। ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ, ਸਾਨੂੰ ਸਾਰੇ ਆਖਿਆ ਜੋ ਕਰਨਾ ਕੋਈ ਕਰ ਲਓ। ਹੁਣ ਬੇਨਤੀ ਕੀਤੀ ਆ, ਅਸੀਂ ਸਾਡੇ ਮਸਲੇ ਹੁੰਦੇ ਬੁਰੇ ਬਣਨ ਵਾਲੇ ਬਣ ਗਏ। ਹਾਂਜੀ, ਤੁਹਾਨੂੰ ਸੁਣੀ ਗਿਆ ਆ ਕਿ ਆ ਜਿਹੜਾ ਪਾਠੀ ਸਿੰਘ ਨਾਲ ਗੱਲ ਕਰ ਰਹੇ ਸਾਹਮਣੇ ਖੜਿਆ ਆ ਉਹੀ ਸੁਲੱਖਣ ਸਿੰਘ ਆ, ਕਿਉਂਕਿ ਮੈਂ ਪਤਾ ਕਰ ਲਿਆ ਕਿ ਮੈਨੇਜਰ ਸੁਲੱਖਣ ਸਿੰਘ ਇਹੀ ਆ। ਹੁਣ ਤੁਸੀਂ ਇਹ ਸੋਚੋ, ਚਾਹੇ ਗ੍ਰੰਥੀ ਸਿੰਘ ਹੋਵੇ ਚਾਹੇ ਪਾਠੀ ਸਿੰਘ ਹੋਵੇ, ਬਾਬਾ ਬੁੱਢਾ ਜੀ ਦੀ ਗੱਦੀ ਤੇ ਬੈਠੇ ਆ ਉਹ। ਠੀਕ ਹੈ ਜੀ, ਜਿਹੜੇ ਗੁਰੂ ਦੀ ਤਾਬਿਆਂ ਤੇ ਬਹਿ ਗਏ ਆ, ਉਹਨਾਂ ਦੇ ਨਾਲ ਇਹ ਕੁੱਤਿਆਂ ਵਾਂਗੂ ਟਰੀਟ ਕਰਦੇ ਨੇ। ਤੁਹਾਡੀਆਂ ਧੌਣਾ ਲਾ ਦਾਂਗੇ। ਤੇ ਫਿਰ ਜਦੋਂ ਪਾਠੀਆਂ ਨੇ ਕਿਹਾ ਵੀ ਆਓ ਤੁਸੀਂ ਧੌਣਾ ਹੀ ਲਾ ਲਓ ਪਹਿਲਾਂ, ਫਿਰ ਜਾਨ ਨਿਕਲ ਗਈ। ਜਦੋਂ ਦੇਖਿਆ ਹੁਣ ਜਲੂਸ ਨਿਕਲਦਾ ਪਿਆ ਆ ਸਾਹਮਣੇ। ਉਦਾਂ ਤਾਂ SGPC ਦਾ ਬੜਾ ਬਜਟ ਦੱਸਦੇ ਹੋ, ਇਹਨਾਂ ਨੂੰ ਵਿਚਾਰਿਆਂ ਨੂੰ ਤਨਖਾਹਾਂ ਦਿੰਦੇ, ਤੁਹਾਡੀ ਕਿਉਂ ਮੌਤ ਪੈਂਦੀ ਹੈ? ਕਾਮਿਆਂ ਦੀਆਂ ਤਨਖਾਹਾਂ ਕੱਟੀ ਜਾਓਗੇ। ਉਦਾਂ
ਜਿਨ੍ਹਾਂ ਨੇ ਹਰਾਮ ਦੀਆਂ ਕਮਾਈਆਂ ਕਰਨੀਆਂ ਉੱਥੇ ਬਹਿ ਕੇ ਉਹਨਾਂ ਨੂੰ ਕਰੋੜ ਕਰੋੜ ਰੁਪਇਆ ਦੇ ਹੋ ਜਾਂਦਾ। ਕੋਹਲੀ ਵਰਗਿਆਂ ਨੂੰ ਸੀਏ ਆਪਣਾ ਬਿਠਾ ਲੈਂਦੇ ਹੋ, ਫਿਰ ਅੱਗੇ ਉਹਨਾਂ ਨੂੰ 44 45 ਹਜ਼ਾਰ ਦੇ ਉੱਤੇ ਇੰਪਲੋਈ ਵੀ ਦੇ ਦਿੰਦੇ ਹੋ ਐਸਜੀਪੀਸੀ ਦੀ ਗੋਲਕ ਦੇ ਵੱਲੋਂ। ਕਿਉਂ? ਬੁੜੇ ਦਾ ਰਾਜ ਨਾ, ਅਸੀਂ ਕਰੀਏ, ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ। ਪਰ ਹਾਂ, ਜਿਹੜੇ ਸਾਡੇ ਕੋਲ ਕੰਮ ਕਰਦੇ ਆ ਕੰਮ ਹੈ, ਅਸੀਂ ਉਹਨਾਂ ਦਾ ਖੂਨ ਪੀਣਾ ਆ। ਜਿਹੜੇ ਗਰੀਬ ਸਾਡੇ ਕੋਲ ਨੌਕਰੀ ਮੰਗਣ ਆਉਂਦੇ ਆ, ਅਸੀਂ ਉਹਨਾਂ ਦਾ ਖੂਨ ਪੀਣਾ ਆ। ਉਹ ਤਰਨਤਾਰਨ ਸਾਹਿਬ ਦਾ ਵਿਚਾਰਾ ਨੌਜਵਾਨ 50,000 ਰੁਪਏ ਵਿਚਾਰੇ ਨੇ ਆਪਣਾ ਘਰ ਗਿਰਵੀ ਰੱਖ ਕੇ ਤੁਹਾਡੇ ਮੈਂਬਰ ਨੂੰ ਦਿੱਤੇ ਵੀ ਨੌਕਰੀ ਮਿਲ ਜੇ। ਉਸ ਤੋਂ ਬਾਅਦ ਕੀ ਹੋਇਆ? ਉਹ ਵਿਚਾਰਾ ਟ੍ਰੇਨ ਥੱਲੇ ਆ ਕੇ ਮਰ ਗਿਆ, ਨੌਕਰੀ ਨਹੀਂ ਮਿਲੀ। ਕਿਉਂ? ਤੁਹਾਡੇ ਮੈਂਬਰ ਨੇ ਕੀ ਕਿਹਾ ਸੀ ਉਹਨੂੰ? ਗੰਦੇ ਸ਼ਬਦ ਕਹੇ ਸੀ। ਉਹ ਮੈਂ ਸ਼ਬਦ ਬੋਲ ਵੀ ਨਹੀਂ ਸਕਦਾ। ਆਹ ਕਰਤੂਤਾਂ ਨੇ ਤੁਹਾਡੀਆਂ। ਕੋਈ ਇੰਪਲੋਈ ਤੁਹਾਡੇ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਜਾਂ ਉੱਚ ਅਹੁਦੇਦਾਰ ਬਾਕੀ ਦੇ ਨੇ, ਸਕੱਤਰ ਇਹ ਉਹ ਜਿਹੜੇ ਤੁਹਾਡੇ ਭਰੇ ਹੋਏ ਨੇ, ਉਹਨਾਂ ਦੇ ਲਿੰਕ ਦੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਬਾਹਰੋਂ ਜੇ ਕੋਈ ਐਸਜੀਪੀਸੀ ਦੇ ਵਿੱਚ ਕੰਮ ਕਰਨ ਆਂਦਾ ਹੈ ਨਾ, ਨੌਕਰੀ ਲੈਣ ਆਂਦਾ ਹੈ, ਸੰਗਤ ਜੀ 50,000 ਤੋਂ ਲੈ ਕੇ 2 ਲੱਖ 3 ਲੱਖ ਤੱਕ ਦੀ ਇਹ ਸਿੱਧੀ ਰਿਸ਼ਵਤ ਮੰਗਦੇ ਨੇ। ਇਵਨ ਕੀਰਤਨੀਆਂ ਤੋਂ ਵੀ ਤੁਸੀਂ ਅਗਰ ਕੀਰਤਨੀ ਬਣਨਾ, ਹਜੂਰੀ ਰਾਗੀ ਵੀ ਬਣਨਾ ਆ, ਤਾਂ ਵੀ ਤੁਹਾਨੂੰ ਇੰਨੇ ਪੈਸੇ ਦੇਣੇ ਪੈਣੇ ਆ ਜੀ। ਮਤਲਬ 3 ਜਣਿਆਂ ਦਾ ਜਥਾ ਆ ਤਾਂ 3 ਜਣਿਆਂ ਤੋਂ 3-3 ਲੱਖ ਰੁਪਈਆ, 9 ਲੱਖ। ਗਵਾਹ ਨੇ ਮੇਰੇ ਕੋਲ ਜਿਹਨਾਂ ਨੇ ਛੱਡਿਆ ਵੀ ਨਾ ਭਾਈ ਹੱਥ ਜੋੜੇ, ਅਸੀਂ ਨਹੀਂ ਬਣਦੇ ਹਜੂਰੀ ਰਾਗੀ। ਜੇ ਕੋਈ ਸ਼ੱਕ ਹੋਊਗਾ ਕਹਿ ਦਿਓ, ਸਾਹਮਣੇ ਲਿਆ ਦੂੰ। ਉਹ ਵੀ ਬੰਦੇ ਜਿਹੜੇ ਹਰ ਪਾਸੇ ਪਰਪੱਖ ਸੀ ਹਜੂਰੀ ਰਾਗੀ ਬਣਨ ਵਾਸਤੇ, ਪਰ ਜਦੋਂ ਮੂੰਹ ਫਾੜਿਆ ਤੁਹਾਡੇ ਬੰਦਿਆਂ ਨੇ ਤਾਂ ਫਿਰ ਉਹਨਾਂ ਨੇ ਫਤਿਹ ਬੁਲਾਤੀ ਵੀ ਨਾ ਭਾਈ ਅਸੀਂ ਪ੍ਰਾਈਵੇਟ ਗੁਰੂ ਘਰਾਂ ਦੇ ਵਿੱਚ ਹੀ ਕੀਰਤਨ ਕਰਦੇ ਚੰਗੇ ਆ, ਸਾਡੇ ਕੋਲ ਕੋਈ ਹਰਾਮ ਦੀ ਕਮਾਈ ਨਹੀਂ ਆ ਜਿਹੜਾ ਇਹਨਾਂ ਦੇ ਮੂੰਹ ਭਰੀਏ। ਓਕੇ, ਆਹ ਕਰਤੂਤਾਂ ਨੇ ਤੁਹਾਡੀਆਂ। ਉਸ ਤੋਂ ਬਾਅਦ ਚਲੋ ਪਾਠੀ ਸਿੰਘਾਂ ਦਾ ਤੁਸੀਂ ਸੁਣ ਲਿਆ। ਹੁਣ ਇਹਨਾਂ ਨੂੰ ਅਗਰ ਸ਼ਰਮ ਹੋਗੀ ਤਾਂ ਕੋਈ ਗੱਲ ਨਹੀਂ, ਦੇਖ ਲੈਂਦੇ ਆ। ਪਰ ਸ਼ਰਮ ਇਹਨਾਂ ਨੇ ਵੇਚ ਖਾਦੀ ਹੈ, ਹਿਟਲਰ ਵਾਲਾ ਕੰਮ ਇਹਨਾਂ ਨੇ ਕਰ ਦਿੱਤਾ ਆ। ਉਹ ਮੈਂ ਤੁਹਾਨੂੰ ਅੱਗੇ ਦੱਸਦਾ ਧਾਮੀ ਦੀ ਹੁਣ ਕਿਹੜੀ ਨਵੀਂ ਇਹਨੇ ਕਿਹੜਾ ਨਵਾਂ ਚੰਨ ਚਾੜਿਆ, ਕਿਹੜੀ ਨਵੀਂ ਕਰਤੂਤ ਕੀਤੀ ਆ, ਉਹ ਵੀ ਤੁਹਾਨੂੰ ਪਤਾ ਲੱਗ ਜੂਗਾ। ਅੱਗੇ ਆਨੇ ਆ ਜੀ, ਪੀਲੀ ਕੋਠੀ ਦਾ ਬੜਾ ਮੈਂ ਚਰਚਾ ਕੀਤਾ ਪਹਿਲਾਂ। ਰਘਵੀਰ ਸਿੰਘ ਰਾਜਾ ਸਾਸੀ ਨੇ ਜਿਹੜੀ ਦੱਬੀ ਸੀ, ਜਿਹੜੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਇੱਕ ਬੀਬੀ ਭੇਟ ਕਰਨ ਵਾਸਤੇ ਆਈ ਸੀ ਕੋਠੀ, ਤੇ ਚੱਕਰ ਚਲਾ ਕੇ ਕਿਸੇ ਵੀ ਤਰੀਕੇ ਰਘਵੀਰ ਸਿੰਘ ਰਾਜਾ ਸਾਸੀ ਨੇ ਉਹ ਆਪਣੇ ਨਾਮ ਲਾ ਲਈ ਸੀ। ਹੁਣ ਐਗਜ਼ੈਕਟ ਮੈਨੂੰ ਉਸ ਦਾ ਮਤਲਬ ਡਿਟੇਲ ਸਾਰੀ ਆ ਗਈ ਹੈ। ਉਹ ਕੋਠੀ ਦੀ ਜ਼ਮੀਨ ਤਕਰੀਬਨ 2.5 ਕਿੱਲੇ ਜ਼ਮੀਨ ਸੀਗੀ ਜੀ, ਉਸ ਕੋਠੀ ਦੀ, ਪੀਲੀ ਕੋਠੀ ਦੀ। ਤੇ ਜਿਸ ਬੀਬੀ ਦੇ ਨਾਮ ਉਹ ਕੋਠੀ ਸੀ, ਬੀਬੀ ਕੁੰਨਣ ਕੌਰ ਉਹਦਾ ਨਾਮ ਸੀ, ਬੀਬੀ ਕੁੰਨਣ ਕੌਰ। ਤੇ ਇਸ ਬੀਬੀ ਦੀ ਪੰਥ ਨੂੰ ਕਿੰਨੀ ਵੱਡੀ ਦੇਣ ਆ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਉਮੀਦ ਕਰਦਾ ਹਾਂ ਕਿ ਇਹ ਰਘਵੀਰ ਸਿੰਘ ਰਾਜਾ ਸਾਸੀ ਨੂੰ ਵੀ ਪਤਾ ਹੋਊਗਾ ਕਿ ਇਹ ਬੀਬੀ ਕੌਣ ਹੈ। ਇਹ ਬੀਬੀ ਉਹ ਹੈ ਜਿਸ ਬੀਬੀ ਦੇ ਕੋਲ ਜਿੰਦਾ ਤੇ ਸੁੱਖਾ ਹਮੇਸ਼ਾ ਆ ਕੇ ਰੁਕਦੇ ਸੀ ਤੇ ਪ੍ਰਸ਼ਾਦਾ ਪਾਣੀ ਛਕ ਕੇ ਜਾਂਦੇ ਸੀ। ਜੀ ਹਾਂ, ਜਨਰਲ ਵੈਦਿਆ ਨੂੰ ਜਿਹਨਾਂ ਨੇ ਸੋਧਾ ਲਾਇਆ ਸੀ, ਉਹ ਸਿੰਘ ਇਸੇ ਕਿਉਂਕਿ ਮਾਤਾ ਕੱਲੀ ਹੁੰਦੀ ਸੀ ਤੇ ਇਸੇ ਮਾਤਾ ਦੇ ਕੋਲ ਆ ਕੇ ਉਹ ਜ਼ਿਆਦਾਤਰ ਰੁਕਦੇ ਸੀ, ਪ੍ਰਸ਼ਾਦਾ ਪਾਣੀ ਇਸੇ ਮਾਤਾ ਕੋਲ ਛਕ ਕੇ ਜਾਂਦੇ ਸੀ। ਇਸ ਮਾਤਾ ਦੀਆਂ ਸਿਰਫ ਧੀਆਂ ਸੀ, 2 ਜਾਂ 3, ਉਹ ਵਿਆਹੀਆਂ ਗਈਆਂ ਸੀ, ਉਹ ਆਪਣੇ ਘਰ 'ਚ ਰਾਜੀ ਹੋਣਗੀਆਂ। ਤੇ ਮਾਤਾ ਕਹਿੰਦੀ ਕਿ ਮੈਂ ਇੰਨੀ ਪ੍ਰਾਪਰਟੀ ਕੀ ਕਰਨੀ ਆ, ਮੈਂ ਗੁਰੂ ਰਾਮਦਾਸ ਦਾ ਦਿੱਤਾ, ਮੇਰੇ ਕੋਲ ਸਭ ਕੁਝ ਹੈ, ਵੀ ਮੈਂ ਗੁਰੂ ਰਾਮਦਾਸ ਨੂੰ ਹੀ ਦੇ ਕੇ ਜਾਣਾ ਹੈ। ਤੇ ਗੁਰੂ ਰਾਮਦਾਸ ਉਹ ਤਾਂ ਦੇਖ ਹੀ ਰਹੇ ਨੇ ਵੀ ਕਿਹਨੇ ਕੀ ਕਰਤੂਤਾਂ ਕੀਤੀਆਂ। ਮੈਂ ਸੰਗਤ ਜੀ ਇਹ ਕਹਿਣਾ ਵੀ ਜਿਹਨਾਂ ਦੀ ਸਾਡੀ ਕੌਮ ਨੂੰ ਇੰਨੀ ਵੱਡੀ ਦੇਣ ਹੈ, ਇਹ ਉਹਨਾਂ ਨੂੰ ਨਹੀਂ ਬਖਸ਼ਦੇ, ਹੋਰ ਇਹ ਕੀ ਕਰਨਗੇ? ਮਤਲਬ ਮੈਂ ਨਹੀਂ ਸੀ ਕਦੀ ਸੋਚਿਆ ਕਿ ਮੈਂ ਆਹ ਪਰਤਾਂ ਜਦੋਂ ਖੋਲਾਂਗਾ ਤਾਂ ਆਹ ਇਦਾਂ ਦੀਆਂ ਕਰਤੂਤਾਂ ਗੰਦੀਆਂ ਇਹਨਾਂ ਤੇ ਮੇਰੇ ਸਾਹਮਣੇ ਆਣਗੀਆਂ। ਉਹ ਮਾਤਾ ਜਿੱਥੇ ਵੀ ਹੈਗੀ ਹੈ, ਕੁੰਨਣ ਕੌਰ ਜਿੱਥੇ ਵਾਹਿਗੁਰੂ ਦੇ ਚਰਨਾਂ 'ਚ ਬੈਠੀ ਹੈ, ਸ਼ਤ ਪ੍ਰਣਾਮ ਆ ਉਹਨੂੰ। ਇਹਨਾਂ ਨੇ ਉਹਦੀ ਕਦਰ ਨਹੀਂ ਕੀਤੀ, ਉਹਨੂੰ ਧੋਖਾ ਦਿੱਤਾ। ਪਰ ਮੈਂ ਕਹਿੰਦਾ ਆ ਵੀ ਦਿਲੋਂ ਉਸ ਮਾਤਾ ਤੋਂ ਮੈਂ ਮਾਫੀ ਮੰਗਦਾ ਇਹਨਾਂ ਦੀਆਂ ਕਰਤੂਤਾਂ ਕਰਕੇ, ਕਿਉਂਕਿ ਉਹਦੀ ਰੂਹ ਉੱਤੇ ਜਾ ਕੇ ਬੜੀ ਰੋਈ ਹੋਊਗੀ ਜਦੋਂ ਉਹਨੇ ਦੇਖਿਆ ਹੋਣਾ ਕਿ ਮੇਰੇ ਨਾਲ ਕੀ ਬਣਿਆ। ਵੀ ਮੈਂ ਤਾਂ ਗੁਰੂ ਰਾਮਦਾਸ ਤੇ ਭਰੋਸਾ ਕਰਕੇ ਗਈ ਸੀ ਤੇ ਮੈਂ ਸੋਚਿਆ ਸੀ ਗੁਰੂ ਰਾਮਦਾਸ ਦੇ ਕਾਮੇ ਨੇ, ਇਹ ਉਹਦੇ ਦਰ ਦੇ ਕੂਕਰ ਨੇ। ਪਰ ਉਹਨੂੰ ਇਹ ਥੋੜੀ ਪਤਾ ਸੀਗਾ ਵੀ ਉਹਦੇ ਦਰ ਦੇ ਜਿਹੜੇ ਕੂਕਰ ਨੇ ਅੱਜ ਗੁਰੂ ਰਾਮਦਾਸ ਨੂੰ ਧੋਖਾ ਦੇਣ ਲੱਗੇ ਆ, ਉਹਦੀ ਗੋਲਕ ਖਾਣ ਲੱਗੇ ਆ, ਕੌਮ ਦਾ ਬੇੜਾ ਬਿਠਾਉਣ ਲੱਗੇ ਆ। ਖੈਰ, ਗੁਰੂ ਤਾਂ ਗੁਰੂ ਹੀ ਆ, ਜਦੋਂ ਉਹਦੀ ਲਾਠੀ ਚੱਲੀ ਤਾਂ ਫਿਰ ਤੁਹਾਨੂੰ ਸਾਹ ਨਹੀਂ ਆਣੇ। ਉਹ ਤੁਹਾਡੇ ਨਾਲ ਹੁੰਦਾ, ਲਗਾਤਾਰ ਹੁੰਦਾ ਜਾ ਰਿਹਾ। ਆ ਵੀ ਜੋ ਹੋ ਰਿਹਾ ਆ, ਇਹ ਉਸੇ ਦਾ ਹਿੱਸਾ ਆ। ਠੀਕ ਹੈ ਜੀ, ਤੁਸੀਂ ਮੰਨੋ ਜਾਂ ਨਾ ਮੰਨੋ। ਅੱਗੇ ਚੱਲਦੇ ਹਾਂ। ਦਸੂਆ ਗਰਨਾ ਸਾਹਿਬ
ਪਾਤਸ਼ਾਹੀ ਛੇਵੀਂ ਧਾਮੀ ਜੀ ਗੁਰਦੁਆਰਾ ਤਾਂ ਯਾਦ ਆ ਗਿਆ ਹੋਊਗਾ। ਮੈਂ ਉਹੀ ਪੁੱਛਣਾ ਵੀ ਹੁਣ ਤਾਂ ਦੱਸ ਦਿਓ ਵੀ ਜਿਹੜੀ ਗੱਡੀ ਦੇ ਵਿੱਚ ਰਾਸ਼ਨ ਭਰ ਕੇ ਕਰਿਆਨੇ ਦੀ ਦੁਕਾਨ ਤੇ ਲਿਜਾ ਕੇ ਗੁਰੂ ਘਰ ਦਾ ਰਾਸ਼ਨ ਵੇਚਿਆ ਜਾ ਰਿਹਾ ਸੀਗਾ ਤੇ ਕਿਹਾ ਜਾ ਰਿਹਾ ਕਿ ਗੱਡੀ 'ਚ ਧਾਮੀ ਹੈ, ਉਹ ਧਾਮੀ ਕੌਣ ਹੈ? ਮੈਂ ਬੜਾ ਸੀਰੀਅਸਲੀ ਬੜਾ ਕਨਫਿਊਜ਼ ਆ। ਉਹ ਧਾਮੀ ਕੌਣ ਹੈ? ਵੈਸੇ ਮੈਂ ਵੀ ਦਸੂਹੇ ਵੱਲ ਦਾ ਹੀ ਆ, ਟਾਂਡੇ ਦੇ ਨੇੜੇ ਹੀ ਆ ਪਿੰਡ ਮੇਰਾ, ਤਾਂ ਆਪੋਜ਼ਿਟ ਤੁਹਾਡੇ ਬਾਰੇ ਤਾਂ ਹੁਣ ਮੈਂ ਪੂਰੀ ਜਾਣਕਾਰੀ ਕਢਵਾ ਲੂੰਗਾ, ਫਿਕਰ ਨਾ ਕਰੋ, ਹੁਸ਼ਿਆਰਪੁਰੀ ਹੀ ਆ ਅਸੀਂ ਵੀ। ਠੀਕ ਹੈ ਜੀ। ਹੁਣ ਮੈਨੂੰ ਇਹ ਦੱਸੋ ਵੀ ਉਸ ਸਾਰੇ ਚੱਕਰ ਦੇ ਵਿੱਚ ਸੁਰਿੰਦਰ ਸਿੰਘ ਇੱਕ ਨਾਲ ਸੀਗਾ, ਉਸ ਤੋਂ ਬਾਅਦ ਰਤਨ ਸਿੰਘ ਨਾਲ ਸੀ, ਮੈਨੇਜਰ ਸਰਬਜੀਤ ਸਿੰਘ ਨਾਲ ਸੀ। ਸਾਰਾ ਮਾਮਲਾ ਦੁਨੀਆ ਦੇ ਸਾਹਮਣੇ ਆ ਗਿਆ, ਵੀਡੀਓਜ਼ ਤੱਕ ਤੁਹਾਨੂੰ ਦਿਖਾਤੀਆਂ। ਇਹਨਾਂ ਦਾ ਕੀ ਕੀਤਾ? ਕੱਖ ਨਹੀਂ ਕੀਤਾ, ਬਸ ਤਬਾਦਲੇ ਕਰਤੇ। ਤੇ ਮੈਂ ਸਿਰਫ ਅੱਜ ਇਹ ਗੱਲ ਤਾਂ ਰਿਪੀਟ ਕੀਤੀ ਹੈ ਧਾਮੀ ਜੀ, ਕਿਉਂਕਿ ਅੱਜ ਵੀ ਇਹ ਕੰਮ ਉਦਾਂ ਹੀ ਚੱਲ ਰਿਹਾ ਆ। ਹਾਲ ਹੀ ਦੇ ਵਿੱਚ ਪਤਾ ਕੀਤਾ ਆ, ਕਰਵਾ ਦਿਓ। ਤੇ ਇੱਕ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਫਤਿਹਗੜ੍ਹ ਸਾਹਿਬ ਦਾ, ਸੰਗਰਾਂਦ ਤੋਂ ਅਗਲੇ ਦਿਨ ਦਾ ਸ਼ਾਮ 6 ਵਜੇ ਤੋਂ ਲੈ ਕੇ 11-12 ਵਜੇ ਤੱਕ ਦੀ ਫੁਟੇਜ ਕੱਢ ਲਿਓ। ਤੁਹਾਡੇ ਡਾਕਟਰ ਸਾਹਿਬ ਰਾਸ਼ਨ ਦੀਆਂ ਗੱਡੀਆਂ ਭਰ ਕੇ ਲੈ ਕੇ ਜਾ ਰਹੇ ਨੇ, ਪਰ ਤੁਸੀਂ ਕਾਹਨੂੰ ਕੱਢਣੀ ਹੈ? ਫੋਨ ਦੇ ਉੱਤੇ ਗੱਲ ਹੋ ਗਈ ਹੋਣੀ, ਹਾਂ ਬਈ ਕਿੰਨੇ ਦਾ ਵਿਕਿਆ? ਇੰਨੇ ਦਾ, ਚੱਲ ਠੀਕ ਹੈ, ਇੰਨੇ ਖਾਤੇ 'ਚ ਪਾ ਦੀ, ਨਹੀਂ ਤਾਂ ਸਿੰਘ ਭੇਜ ਰਿਹਾ ਉਹਨੂੰ ਕੈਸ਼ ਫੜਾ ਦੇ। ਖਾਤੇ 'ਚ ਫਿਰ ਖਤਰਾ ਹੋ ਜੂਗਾ ਨਾ, ਕਾਹਤੋਂ ਪਾਇਆ? ਖੈਰ ਛੱਡੋ, ਇਹ ਕਰਤੂਤਾਂ ਨੇ ਇਹਨਾਂ ਦੀਆਂ ਸੰਗਤ ਜੀ। ਕਿਉਂਕਿ ਦੇਖੋ ਅਸੀਂ ਗੁਰੂ ਘਰ ਦਾ ਇੱਕ ਪੈਸਾ ਵੀ ਗੁਰੂ ਘਰ ਦੇ ਵਿੱਚ ਕਦੀ ਮੱਥਾ ਟੇਕਣ ਗਏ ਤੇ ਗੁਰੂ ਘਰ ਦੇ ਵਿੱਚ ਅਗਰ ਮਤਲਬ 10 20 50 100 1000 ਰੁਪਈਆ ਵੀ ਜਾਂ ਮਤਲਬ ਵੱਧ ਵੀ ਸਾਨੂੰ ਡਿਗੇ ਹੋਏ ਕਿਤੇ ਮਿਲ ਜਾਣ ਤਾਂ ਅਸੀਂ ਹੱਥ ਜੋੜ ਕੇ ਗੁਰੂ ਦੀ ਗੋਲਕ 'ਚ ਪਾ ਦਿੰਦੇ ਹਾਂ ਕਿ ਭਾਈ ਨਾ, ਗੁਰੂ ਘਰ ਦਾ ਪੈਸਾ ਆ, ਚਾਹੇ ਕਿਸ ਦੀ ਜੇਬ ਤੋਂ ਡਿੱਗਿਆ ਹੋਵੇ। ਇਹ ਸਾਡੇ ਵਾਸਤੇ ਇਹ ਹਰਾਮ ਦੀ ਕਮਾਈ ਹੈ, ਗੁਰੂ ਘਰ ਦੀ ਦਹਲੀਜ਼ ਦੇ ਅੰਦਰ ਹੈ ਤੇ ਇਹ ਗੁਰੂ ਦੀ ਕਮਾਈ ਹੈ, ਗੁਰੂ ਘਰ ਦੀ ਹੈ, ਗੁਰੂ ਨੂੰ ਦੇਣੀ ਹੈ। ਲੰਗਰ 'ਚ ਜਾਵੇ, ਕਿਸੇ ਵੀ ਹੋਰ ਭਲੇ ਕੰਮ ਨੂੰ ਲੱਗੇ, ਇਹ ਅਸੀਂ ਆਪਣੀ ਜੇਬ 'ਚ ਪਾ ਕੇ ਘਰੇ ਨਹੀਂ ਲੈ ਕੇ ਆ ਸਕਦੇ, ਕੋਈ ਵੀ ਨਹੀਂ ਲੈ ਕੇ ਆ ਸਕਦਾ ਮੇਰੇ ਹਿਸਾਬ ਦੇ ਨਾਲ। ਪਰ ਇਹ ਜਿਹੜੇ ਅਸੀਂ ਦਸਵੰਧ ਦੇ ਕੇ ਆਉਂਦੇ ਹਾਂ ਉੱਥੇ, ਜਿਹੜੇ ਚੜਾਵੇ ਚੜਾਉਂਦੇ ਹਾਂ, ਇਹਨਾਂ ਨੂੰ ਐਡਾ ਖੂਨ ਲੱਗ ਗਿਆ ਮੂੰਹ ਨੂੰ, ਇਹਨਾਂ ਦੀਆਂ ਅੱਖਾਂ ਰਹਿੰਦੀਆਂ ਨੇ ਉਹਨਾਂ ਦੇ ਉੱਤੇ ਵੀ ਕੌਣ ਕਿਹੜੀ ਥਾਂ ਤੇ ਕੀ ਢੇਰੀ ਕਰ ਗਿਆ, ਕੀ ਆ ਗਿਆ, ਕੀ ਦੇ ਗਿਆ। ਇਸ ਕਰਕੇ ਬੇਨਤੀ ਆ ਭਾਈ, ਗੁਰਬਾਣੀ ਦਾ ਇਹ ਫਰਮਾਨ ਹੈ, ਅਕਲੀ ਕੀਚੈ ਦਾਨ, ਦਾਨ ਅਕਲ ਨਾ ਕਰੋ। ਇਹੋ ਜਿਹਿਆਂ ਨੂੰ ਜਾ ਕੇ ਦਾਨ ਫੜਾਓਗੇ ਨਾ ਤਾਂ ਉਸ ਗੁਰੂ ਦੇ ਦਰ ਤੇ ਵੀ ਉਹ ਦਾਨ ਪ੍ਰਵਾਨ ਨਹੀਂ ਹੋਣਾ। ਕਿਉਂਕਿ ਤੁਹਾਨੂੰ ਹੁਣ ਦੱਸਤਾ ਵੀ ਉੱਥੇ ਗੁਰੂ ਰਾਮਦਾਸ ਦਾ ਕੋਈ ਸੇਵਕ ਨਹੀਂ ਬੈਠਾ, ਬੜੇ ਘੱਟ ਹੋਣਗੇ, ਜ਼ਿਆਦਾਤਰ ਉੱਤੇ ਸਾਰੇ ਲੁਟੇਰੇ ਠੱਗ ਬੈਠੇ ਆ, ਚੋਰ ਬੈਠੇ ਆ, ਜਿਹੜੇ ਤੁਹਾਡੀ ਕਮਾਈ ਨੂੰ ਲੁੱਟ ਰਹੇ ਨੇ, ਚੋਰੀ ਕਰ ਰਹੇ ਨੇ। ਖੈਰ ਅੱਗੇ ਆਨੇ ਆ ਜੀ, ਸੋਨੇ ਦੇ ਲੈਂਪ ਚੜਾਏ ਗਏ ਸੀ, ਉਹ ਮੈਂ ਕੱਲ ਵੀ ਗੱਲ ਕੀਤੀ ਸੀ। ਧਾਮੀ ਮੇਰੇ ਮੂੰਹ ਚੋਂ ਕੀ ਕਰਾਂ, ਜੀ ਨਿਕਲ ਜਾਂਦਾ, ਸਾਹ ਨਿਕਲ ਜਾਂਦਾ। ਮੈਨੂੰ ਤਾਂ ਇਵਨ ਇੰਨੇ ਫੋਨ ਆਏ ਵੀ ਤੂੰ ਇਹਨਾਂ ਦੇ ਨਾਲ ਸਿੰਘ ਵੀ ਨਾ ਲਾਇਆ ਕਰ, ਇਹ ਸਿੰਘ ਕਹਾਣ ਦੇ ਵੀ ਕਾਬਿਲ ਨਹੀਂ ਹੈਗੇ। ਬੜੀਆਂ ਸੰਗਤਾਂ ਨੇ ਇਹ ਗੱਲ ਮੈਨੂੰ ਕਹੀ ਹੈ, ਕਮੈਂਟ ਪੜ੍ਹ ਲਓ ਥੱਲੇ, ਕਿ ਨਾ ਇਹਨਾਂ ਦੇ ਨਾਲ ਜੀ ਲਾਣਾ, ਨਾ ਸਾਹਬ ਲਾਣਾ, ਨਾ ਸਿੰਘ ਲਾਣਾ। ਹੁਣ ਤੁਸੀਂ ਦੇਖ ਲਓ ਤੁਹਾਡੀ ਔਕਾਤ ਕਿੱਥੇ ਕੀ ਰਹਿ ਗਈ ਆ। ਬੜੇ ਵੱਡੇ ਪੰਥਕ ਬਣਦੇ ਹੋ ਨਾ, ਮੈਂ ਨਹੀਂ ਕਹਿ ਰਿਹਾ, ਇਹ ਦੁਨੀਆ ਕਹਿ ਰਹੀ ਆ। ਜਿਹਨੂੰ ਤੁਸੀਂ ਬਿਠਾ ਕੇ ਕਹਿੰਦੇ ਸੀ ਨਾ ਕਿ ਆਹ ਬੈਠਿਆ ਜੀ ਸਾਡਾ ਸਿੱਖ ਪੰਥ, SGPC ਸਾਰੀ, ਆਹ ਬੈਠਿਆ ਸਾਡਾ ਸਿੱਖ ਪੰਥ, ਆਹ ਬੈਠਿਆ ਸਿੱਖ ਪੰਥ। ਹੁਣ ਮੈਂ ਕਹਿੰਦਾ ਕਮੈਂਟ ਪੜ੍ਹ ਲਓ, ਬੈਠਿਆ ਸਾਡਾ ਸਿੱਖ ਪੰਥ। ਜੇ ਹਿੰਮਤ ਹੈ ਨਾ ਸਿੱਖ ਪੰਥ ਦਾ ਸਾਹਮਣਾ ਕਰਨ ਦੀ, ਤਾਂ ਮੈਂ ਕੱਲ ਵੀ ਕਿਹਾ ਸੀ ਕਾਲ ਦੇ ਇੱਕ, ਫਿਰ ਆਂਦਾ ਹੈ ਸਿੱਖ ਪੰਥ, ਤੂੰ ਵੀ ਸੱਦੀ ਆਪਣਾ ਸਿੱਖ ਪੰਥ, ਫਿਰ ਪਤਾ ਲੱਗ ਜੂ ਜ਼ੋਰ ਕਿਹਦੇ 'ਚ ਆ, ਸੱਚ 'ਚ ਜਾਂ ਝੂਠ 'ਚ। ਗੁਰੂ ਘਰਾਂ ਦੀ ਝੂਠ ਖਾਣਾ ਗਿੱਜੇ ਹੋ, ਝੂਠ ਖਾਣਾ ਗਿੱਜੇ ਹੋ, ਜਿਹਨਾਂ ਨੇ ਗੋਲਕਾਂ ਚੋਰੀ ਕਰਕੇ ਘਰ ਭਰੇ ਆ, ਉਹ ਪੰਥ ਸਾਬਤ ਹੁੰਦੇ ਆ, ਜਾਂ ਜਿਹੜੇ ਘਰਾਂ ਤੋਂ ਉੱਠ ਕੇ ਆਣਗੇ ਉਹ ਪੰਥ ਸਾਬਤ ਹੁੰਦੇ ਆ। ਠੀਕ ਹੈ ਜੀ, ਹਿੰਮਤ ਕਰੋ। ਮੰਜੀ ਸਾਹਿਬ ਦੀਵਾਨ ਹਾਲ 'ਚ ਖੜ ਕੇ ਚੀਕਣ ਨਾਲ ਕੁਛ ਨਹੀਂ ਹੋਣਾ, ਸਮਝੇ? ਹਿੰਮਤ ਕਰੋ, ਅੱਗੇ ਆਓ, ਫੇਰ ਪਤਾ ਲੱਗੂ। 2 ਲੈਂਪ ਪਹਿਲਾਂ ਚੜੇ ਸੋਨੇ ਦੇ ਇੰਨੇ ਵੱਡੇ ਵੱਡੇ, ਉਸ ਤੋਂ ਬਾਅਦ 1 ਲੈਂਪ ਹੋਰ ਚੜਿਆ। ਕਿੱਥੇ ਗਏ ਕੋਈ ਪਤਾ ਨਹੀਂ। ਭੂਰੀ ਵਾਲੇ ਨੇ ਜਿਹੜੇ ਚਾਂਦੀ ਦੇ ਦਰਵਾਜ਼ੇ ਚੜਾਏ ਸੀਗੇ ਦਰਸ਼ਨੀ ਡਿਓੜੀ ਦੇ, ਉਹ ਕਿੱਥੇ ਕੋਈ ਪਤਾ ਨਹੀਂ। ਭੂਰੀ ਵਾਲੇ ਨੇ ਜਿਹੜੇ ਦਰਵਾਜ਼ੇ ਚੜਾਏ ਤਾਂ ਚੜਾਏ, ਮੈਂ ਕੱਲ ਪਰਸੋਂ, ਕਿਉਂਕਿ ਮੈਨੂੰ 1-2 ਜਣਿਆਂ ਨੇ ਕਿਹਾ ਸੀਗਾ ਕਿ ਸੋਮਨਾਥ ਦੇ ਮੰਦਿਰ ਦੇ ਜਿਹੜੇ ਦਰਵਾਜ਼ੇ ਸੀ ਉਹ ਦਰਬਾਰ ਸਾਹਿਬ ਸੀਗੇ ਹੀ ਨਹੀਂ। ਮੈਂ ਸਟੱਡੀ ਕਰ ਰਿਹਾ ਸੀ, ਉਸ ਵਾਰ ਸੰਤਾਂ ਦੀ ਇੱਕ ਸਪੀਚ ਵੀ ਮੇਰੇ ਸਾਹਮਣੇ ਆਈ, ਤੇ ਉਸ ਤੋਂ ਇਲਾਵਾ ਮੈਂ ਹਿਸਟਰੀ ਦੇ ਵਿੱਚ ਵੀ ਪੜ੍ਹਿਆ ਆ, ਠੀਕ ਹੈ, ਕਿ ਮਹਿਮੂਦ ਗਜ਼ਨਵੀ ਨੇ ਕਿੰਨੀ ਵਾਰ ਸੋਮਨਾਥ ਮੰਦਿਰ ਤੇ ਹਮਲਾ ਕੀਤਾ, ਤੇ ਉਸ ਤੋਂ ਬਾਅਦ ਸਿੰਘਾਂ ਨੇ ਜਦੋਂ ਇਹ ਸੋਮਨਾਥ ਮੰਦਿਰ ਲੁੱਟ ਕੇ ਲੈ ਕੇ ਜਾ ਰਹੇ ਸੀ ਤਾਂ ਇਹਨਾਂ ਨੂੰ ਅੱਗੇ ਸਿੰਘਾਂ ਨੇ ਲੁੱਟਿਆ ਸੀਗਾ। ਉਸ ਤੋਂ ਬਾਅਦ ਕਈ ਸਿੰਘ ਸ਼ਹੀਦ ਵੀ ਹੋਏ। ਉਹਦੇ ਵਿੱਚ ਇਹ ਸੋਮਨਾਥ ਮੰਦਿਰ ਦੇ ਦਰਵਾਜ਼ੇ ਜਿਹੜੇ ਸੀ, ਇਹ ਦਰਬਾਰ ਸਾਹਿਬ ਪਹੁੰਚੇ ਸੀ, ਪੱਕਾ ਪਹੁੰਚੇ ਸੀ। ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਲਤ ਨਹੀਂ ਬੋਲ ਸਕਦੇ, ਉਹਨਾਂ ਕੋਲ ਜਿੰਨੇ ਤੱਥ ਸੀਗੇ ਉਹਨਾਂ ਤੱਥਾਂ ਤੱਕ ਅਸੀਂ ਪਹੁੰਚ ਵੀ ਨਹੀਂ ਸਕਦੇ।
ਉਹ ਰੱਬੀ ਰੂਹ ਸੀ, ਦੂਰ ਦ੍ਰਿਸ਼ਟੀ ਵੀ ਉਹਨਾਂ ਦੀ ਬਹੁਤ ਸੀ। ਸੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਦਲ ਟੋਲਾ ਕਹਿੰਦਾ ਹੈ ਵੀ ਇਹ ਦਰਵਾਜ਼ੇ ਸਾਨੂੰ ਵਾਪਸ ਕਰ ਦੇਣੇ ਚਾਹੀਦੇ ਨੇ। ਸੰਤਾਂ ਦੀ ਸ਼ਹਾਦਤ ਹੋ ਗਈ, ਹੁਣ ਉਹ ਦਰਵਾਜ਼ੇ ਕਿੱਥੇ ਨੇ? ਜਾਂ ਵਾਕਈ ਹੀ ਗੱਲ ਮੰਨ ਲਈ ਵਾਪਸ ਕਰ ਦਿੱਤੇ? ਜਵਾਬ ਚਾਹੀਦਾ ਆ, ਕਿਉਂਕਿ ਇਹ ਕਨਫਰਮ ਆ ਕਿ ਦਰਵਾਜ਼ੇ ਸੀਗੇ ਸਾਡੇ ਕੋਲ। ਹੁਣ ਇਹ ਜਵਾਬ ਤੁਹਾਨੂੰ ਸੰਗਤ ਨੂੰ ਦੇਣਾ ਪੈਣਾ ਆ ਵੀ ਜਿਹੜਾ ਸਾਡਾ ਇਤਿਹਾਸ ਤੁਸੀਂ ਮਲਿਆ ਮੇਟ ਕਰਨਾ ਸ਼ੁਰੂ ਕੀਤਾ, ਮਿਟਾਉਣਾ ਸ਼ੁਰੂ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਤੱਕ ਤੁਸੀਂ ਉਜਾੜ ਦਿੱਤੀ, ਜਿਹੜਾ ਭਾਂਡਾ ਤੁਸੀਂ ਭੰਨਦੇ ਹੋ ਸਰਕਾਰ ਦੇ ਉੱਤੇ ਕਿ 1984 'ਚ ਹਮਲਾ ਹੋਇਆ ਸੀ ਜੀ, ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦੇ ਉੱਜੜ ਗਈ ਸੀ। ਮੈਂ ਪਹਿਲਾਂ ਹੀ 20 ਵਾਰ ਕਹਿ ਚੁੱਕਿਆ ਕਿ ਉਹਨਾਂ ਨੇ ਤਾਂ ਇੰਡੀਅਨ ਗਵਰਨਮੈਂਟ ਦਾ ਸਾਫ਼ ਕਿਹਾ 4 ਕਿਸ਼ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਪਸ ਕੀਤੀ। ਮੰਨਦੇ ਆ ਪੂਰੀ ਨਹੀਂ ਕੀਤੀ ਹੋਣੀ, ਮੰਨ ਲੈਂਦੇ ਆ ਨਾਗਪੁਰ ਅੱਧੀ ਨਾਲੋਂ ਵੱਧ ਪਈ ਹੋ ਸਕਦੀ ਆ, ਪਰ ਜਿਹੜੀ ਵਾਪਸ ਕੀਤੀ ਉਹ ਕਿੱਥੇ ਆ? ਕਿਹਨੇ ਰਿਸੀਵ ਕੀਤੀ? ਕੀ ਵਾਪਸ ਆਇਆ? ਕਦੀ ਅੱਜ ਤੱਕ ਤੁਸੀਂ ਉਸ ਦਾ ਜ਼ਿਕਰ ਕੀਤਾ? ਕਿਉਂ ਨਹੀਂ ਕੀਤਾ? ਜਾਨ ਨਿਕਲਦੀ ਹੈ ਨਾ, ਕਿਉਂਕਿ ਜੋ ਕੁਝ ਵਾਪਸ ਆਇਆ ਹੋਊਗਾ ਉਹ ਵੀ ਆਪਣੇ ਚਹੇਤਿਆਂ ਨੂੰ ਚੁਕਾਤਾ ਹੋਣਾ ਹੈ। ਡਿਲੀਵਰੀਆਂ ਕਿੱਥੇ ਕਿੱਥੇ ਉਤਰੀਆਂ ਦੱਸੋ? ਮੈਂ ਪਿਛਲੇ ਐਪੀਸੋਡ 'ਚ ਦੱਸਿਆ ਹੀ ਸੀਗਾ, ਪਤਾ ਕਰੋ। ਧਾਮੀ ਕਰ ਪਤਾ ਹੀ ਯਾਰ, ਕਰਨਾ ਫਿਰ ਜਾਨ ਨਿਕਲਦੀ ਆ। ਕਿੱਦਾਂ ਪਤਾ ਕਰ ਲਈ ਅਸੀਂ, ਹਨਾ? ਕਿਉਂਕਿ ਉਹਦੇ ਵਿੱਚ ਵੀ ਨੋਟ ਖਾਦੇ ਹੋਣਗੇ। ਤੁਹਾਡੀਆਂ ਤਾਂ ਕਰਤੂਤਾਂ ਵੈਸੇ ਹੀ ਜੱਗ ਜ਼ਾਹਿਰ ਨੇ। ਖੈਰ ਆਓ ਅੱਗੇ ਗੱਲ ਕਰਦੇ ਹਾਂ ਜੀ। ਹੁਣ ਸੰਗਤ ਜੀ ਅੱਗੇ ਜਿਹੜੀ ਚੀਜ਼ ਮੈਂ ਦੱਸਣ ਲੱਗਿਆ ਉਹ ਬਹੁਤ ਧਿਆਨ ਦੇ ਨਾਲ ਸਮਝਿਓ, ਤੁਹਾਨੂੰ ਤਾਂ ਅਹਿਸਾਸ ਹੋਊਗਾ ਵੀ ਇਹਨਾਂ ਦੀਆਂ ਕਰਤੂਤਾਂ ਕੀ ਨੇ। ਇਹ ਜਿਹੜਾ ਕਹਿੰਦੇ ਨੇ ਨਾ ਕਿ ਸਾਡਾ ਜੀ ਬਜਟ ਬੜਾ ਘੱਟ ਹੁੰਦਾ ਹੈ, ਅਸੀਂ ਕਾਮਿਆਂ ਦੀਆਂ ਤਨਖਾਹਾਂ ਨਹੀਂ ਦੇ ਸਕਦੇ, ਠੀਕ ਹੈ, ਕਾਮਿਆਂ ਦੀਆਂ ਤਨਖਾਹਾਂ ਵਧਾ ਨਹੀਂ ਸਕਦੇ। ਵਿਚਾਰੇ ਜਿਹੜੇ ਪਾਠੀ ਸਿੰਘ ਹੈਗੇ ਨੇ, ਅਖੰਡ ਪਾਠੀ, ਠੀਕ ਹੈ, ਉਹਨਾਂ ਦਾ 100 ਰੁਪਇਆ 200 ਰੁਪਇਆ ਤੱਕ ਇਹ ਨਹੀਂ ਵਧਾ ਸਕਦੇ। ਉਹਨਾਂ ਦੇ ਪੈਸੇ ਵਧਾਉਂਦੇ ਆ, ਇਹਨਾਂ ਦੀ ਜਾਨ ਨਿਕਲਦੀ ਆ। ਗਰੀਬ ਕਾਮੇ ਜਿਹੜੇ 10 15 ਹਜ਼ਾਰ ਤੇ ਰੱਖਿਆ, ਉਹਨਾਂ ਦੇ ਪੈਸੇ ਵਧਾਉਂਦੇ ਆ, ਤਨਖਾਹਾਂ ਵਧਾਉਂਦੇ ਆ, ਇਹਨਾਂ ਦੀ ਜਾਨ ਨਿਕਲਦੀ ਆ। ਪਰ ਹਾਂ ਕਰੋੜਾਂ ਰੁਪਈਆ ਅਰਬਾਂ ਰੁਪਇਆ ਖਾਂਦੇ, ਇਹਨਾਂ ਦੀ ਜਾਨ ਨਹੀਂ ਨਿਕਲਦੀ। ਗੁਰੂ ਘਰ ਦੀ ਗੋਲਕ ਦੇ ਲੱਖਾਂ ਰੁਪਇਆ ਦਾਰੂ 'ਚ ਬਹਾਉਂਦੇ ਆ, ਇਹਨਾਂ ਦੀ ਜਾਨ ਨਹੀਂ ਨਿਕਲਦੀ। ਹੁਣ ਜੋ ਮੈਂ ਕਹਿ ਰਿਹਾ ਧਿਆਨ ਨਾਲ ਸੁਣਿਓ ਤੇ ਥੋੜਾ ਜਿਹਾ ਹਿਸਾਬ ਕਿਤਾਬ ਵੀ ਲਾਉਂਦੇ ਰਹੋ, ਠੀਕ ਹੈ। ਕੱਲੇ ਹਰਮੰਦਰ ਸਾਹਿਬ ਦੀ ਇੱਕ ਦਿਨ ਦੀ ਜਿਹੜੀ ਗੋਲਕ ਆ ਸੰਗਤ ਜੀ 1.25 ਕਰੋੜ ਦੇ ਨੇੜੇ ਆ, ਠੀਕ ਹੈ। ਗੋਲਕ ਤੋਂ ਇਲਾਵਾ ਪ੍ਰਸ਼ਾਦ ਦੀ ਇਨਕਮ ਹੈ ਵੱਖਰੀ ਹੈ, ਤੇ ਅੰਦਾਜ਼ਾ ਇਹੀ ਬੁੱਧੀਜੀਵੀ ਲਗਾਉਂਦੇ ਨੇ ਕਿ ਪ੍ਰਸ਼ਾਦ ਦੀ ਜਿਹੜੀ ਇਨਕਮ ਆ ਉਹ ਗੋਲਕ ਦੇ ਬਰਾਬਰ ਜਾਂ ਉਹ ਤੋਂ ਵੱਧ ਹੀ ਹੁੰਦੀ ਹੈ, ਘੱਟ ਨਹੀਂ ਹੁੰਦੀ। ਉਹ ਤੁਸੀਂ ਵੀ ਸਮਝ ਸਕਦੇ ਹੋ ਵੀ ਅਗਰ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਦੇਖ ਕਰਵਾਉਂਦੇ ਹਾਂ, ਤਾਂ ਅਸੀਂ ਘੱਟੋ ਘੱਟ ਕਿੰਨੇ ਦੀ ਕਰਵਾਉਂਦੇ ਹਾਂ? ਦੇਖ ਮੱਥਾ ਟੇਕਦੇ ਹਾਂ 10 ਤੋਂ 50 ਰੁਪਏ 100 ਰੁਪਇਆ ਅਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਮੱਥਾ ਟੇਕਦੇ ਹੀ ਹਾਂ। ਗਰੀਬ ਤੋਂ ਗਰੀਬ ਬੰਦਾ ਵੀ 10 ਰੁਪਏ ਦਾ ਮੱਥਾ ਟੇਕਦਾ ਆ, ਠੀਕ ਹੈ ਜੀ। ਤੇ ਉਹ ਘੱਟੋ ਘੱਟ ਦੇਗ ਵੀ 10 ਦੀ ਕਰਵਾਉਂਦਾ ਆ, ਤੇ ਜਿਹਨੇ 50 ਦਾ ਮੱਥਾ ਟੇਕਿਆ ਉਹ ਦੇਗ ਵੀ ਉਹਨੇ ਦੀ ਕਰਵਾ ਕੇ ਆਊਗਾ ਜਾਂ ਉਹ ਤੋਂ ਵੱਧ ਦੀ ਕਰਵਾਊਗਾ। ਜਾਂ ਜਿਹਨੇ 50 ਦਾ ਮੱਥਾ ਟੇਕਿਆ ਉਹ 100 ਕੀ ਬੋਲਦੇ 500 ਦੀ ਦੇਗ ਵੀ ਕਰਵਾਉਂਦਾ, ਕਿਉਂਕਿ ਉਹ ਕਈਆਂ ਦੇ ਜ਼ਿਹਨ 'ਚ ਇਹ ਹੁੰਦਾ ਕਿ ਮੱਥਾ ਟੇਕਿਆ ਅਸੀਂ ਦੇਗ ਕਰਵਾਤੀ, ਪਰ ਮੱਥਾ ਵੀ ਟੇਕਣਾ ਆ। ਇਸ ਲਈ ਜਿੰਨੇ ਦਾ ਅਸੀਂ ਮੱਥਾ ਟੇਕਦੇ ਹਾਂ ਉਸ ਤੋਂ ਦੁੱਗਣੇ ਜਾਂ ਚੌਗਣੇ ਦੀ ਦੇਗ ਕਰਵਾਉਂਦੇ ਹਾਂ। ਉਹ ਤੁਹਾਨੂੰ ਤੁਸੀਂ ਵੀ ਉਸ ਚੀਜ਼ ਸਮਝਦੇ ਹੋ, ਠੀਕ ਹੈ। ਹੁਣ ਦੇਗ ਦੇ ਵੱਖਰੇ ਨੇ, 1.25 ਕਰੋੜ ਦੀ ਸਿਰਫ ਇੱਕ ਦਿਨ ਦੀ ਗੋਲਕ ਆ, ਦੇਗ ਦੇ ਵੱਖਰੇ ਨੇ। ਉਸ ਤੋਂ ਇਲਾਵਾ 2.5 ਕਰੋੜ ਦੀ ਇਨਕਮ ਹੈ ਜੀ ਬਾਬਾ ਦੀਪ ਸਿੰਘ ਸ਼ਹੀਦਾਂ ਦੀ। ਹੁਣ ਇਸ ਨੂੰ 365 ਦਿਨਾਂ ਦੇ ਨਾਲ ਅਗਰ ਅਸੀਂ ਗੁਣਾ ਕਰ ਲੈਂਦੇ ਆ ਤਾਂ ਇਹ ਤਕਰੀਬਨ ਸਾਲ ਦਾ ਬਣਦਾ ਹੈ ਜੀ 1800 ਕਰੋੜ ਰੁਪਈਆ, ਠੀਕ ਹੈ ਜੀ। ਹਲੇ ਬਾਕੀ ਗੁਰੂ ਘਰ ਜਿਹੜੇ ਹੈਗੇ ਨੇ, ਸਿਰਫ ਇਹ 2 ਗੁਰੂ ਘਰਾਂ ਦੀ ਅਸੀਂ ਇਨਕਮ ਜਿਹੜੀ ਹੈ ਉਹ ਜੋੜੀ ਹੈ 365 ਦਿਨਾਂ ਦੇ ਨਾਲ। ਹਲੇ ਬਾਕੀ SGPC ਦੇ ਅਧੀਨ ਆਉਂਦੇ ਗੁਰੂ ਘਰ ਜਿਹੜੇ ਨੇ ਉਹ ਇਹਦੇ ਵਿੱਚ ਐਡ ਅਸੀਂ ਨਹੀਂ ਕੀਤੇ। ਤੇ ਇਹਨਾਂ ਦੀ ਜਿਹੜੀ ਟੋਟਲ ਇਨਕਮ ਮੈਂ ਤੁਹਾਨੂੰ ਦੱਸ ਦਿੱਤਾ ਵੀ 1800 ਕਰੋੜ ਦੇ ਕਰੀਬ ਬਣਦੀ ਹੈ। ਤੇ ਇਹ ਮਤਲਬ ਜਦੋਂ ਤੱਕ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਇਹ ਮੁੱਦਾ ਨਹੀਂ ਸੀ ਚੱਕਿਆ, ਇਹ ਆંકੜੇ ਵੀ ਜਿਹੜੇ ਹੈਗੇ ਨੇ ਕਾਫੀ ਹੱਦ ਤੱਕ ਮੈਂ ਉਹਨਾਂ ਤੋਂ ਹੀ ਲਿੱਤੇ ਨੇ, ਜਦੋਂ ਤੱਕ ਉਹਨਾਂ ਨੇ ਮੁੱਦਾ ਨਹੀਂ ਸੀ ਚੱਕਿਆ ਇਹ ਚੀਕਾਂ ਮਾਰਦੇ ਸੀ ਜੀ ਸਾਡਾ ਜਿਹੜਾ ਬਜਟ ਹੈਗਾ ਆ ਜੀ ਇਹ ਸਿਰਫ ਮਤਲਬ 1100 ਕਰੋੜ ਦਾ ਹੈ ਜੀ, 1200 ਕਰੋੜ ਦਾ ਹੈ ਜੀ। ਜਦੋਂ ਭਾਈ ਰਣਜੀਤ ਸਿੰਘ ਜੀ ਨੇ ਇਹ ਮੁੱਦਾ ਚੱਕਿਆ ਤਾਂ ਇਹ ਚੀਕਾਂ ਮਾਰ ਕੇ ਕਹਿਣ ਲੱਗੇ ਨਹੀਂ ਜੀ ਹੁਣ ਸਾਡਾ ਬਜਟ 1300 ਕਰੋੜ ਦਾ ਹੋ ਗਿਆ, ਹੁਣ ਸਾਡਾ ਬਜਟ 1400 ਕਰੋੜ ਦਾ ਹੋ ਗਿਆ। ਬਜਟ ਮਤਲਬ ਗੁਰੂ ਘਰਾਂ ਦਾ ਕਿੱਥੇ ਹੋਏਗਾ। ਅੱਜ ਵੀ ਇਹ ਜੋ ਬਜਟ ਦਰਸਾ ਰਹੇ ਨੇ ਸੰਗਤ ਜੀ, ਉਹ ਮੇਰੇ ਹਿਸਾਬ ਨਾਲ ਟੋਟਲ ਗੁਰੂ ਘਰਾਂ ਦੀ ਇਨਕਮ ਜਿਹੜੀ ਹੈ ਉਹਨੂੰ ਮਿਲਾ ਕੇ ਉਹਦਾ 1/4 ਦੱਸਦੇ ਨੇ। 75% ਮੈਨੂੰ ਤਾਂ ਲੱਗਦਾ ਪੈਸਾ ਇਹ ਖਾਂਦੇ ਹੋਣਗੇ, ਕਿਉਂਕਿ ਅਗਰ ਆਡਿਟ ਕਿਉਂ ਨਹੀਂ ਇਹ ਮਤਲਬ ਟਰਾਂਸਪੇਰੈਂਟ ਆਡਿਟ ਕਿਉਂ ਨਹੀਂ ਕਰਦੇ? ਦਿਖਾਣ, ਕਲੀਅਰਲੀ ਦਿਖਾਣ ਕਿੰਨਾ ਆਇਆ ਕਿੰਨਾ ਗਿਆ, ਕਿੱਥੋਂ ਕਿੰਨਾ ਕੀ ਆਇਆ ਕੀ ਨਹੀਂ ਆਇਆ। ਸ਼ਿਰੜੀ ਦੇ ਆਡਿਟ ਹੁੰਦੇ ਨੇ, ਸ਼ਿਰੜੀ ਦੇ ਤੁਸੀਂ ਦੇਖ ਲਓ, ਸ਼ਿਰੜੀ ਸਾਈਂ ਬਾਬਾ ਦੇ ਉਹਨਾਂ ਦੇ ਆਡਿਟ ਹੁੰਦੇ ਨੇ ਬਕਾਇਦਾ। ਉਹਨਾਂ ਦੇ ਆਡਿਟ ਦੇ ਵਿੱਚ ਕਲੀਅਰ ਹੁੰਦਾ ਕਿੰਨੇ ਕੁਇੰਟਲ ਚਾਂਦੀ,
ਕਿੰਨੇ ਕੁਇੰਟਲ ਸੋਨਾ, ਠੀਕ ਹੈ, ਕਿੰਨਾ ਕੈਸ਼, ਕਿੰਨਾ ਹੋਰ ਹੀਰਾ ਮੋਤੀ, ਸਾਰਾ ਆਡਿਟ ਉਦਾਂ ਹੁੰਦਾ ਆ। ਪਰ ਇਹਨਾਂ ਨੂੰ ਮੌਤ ਪੈਂਦੀ ਹੈ, ਇਹ ਕਿਉਂ ਨਹੀਂ ਉਦਾਂ ਕਰ ਸਕਦੇ? ਕਿਉਂਕਿ ਇਹਨਾਂ ਦੇ ਅੰਦਰ ਘੁਣ ਲੱਗਿਆ ਆ, ਲਾਲਚ ਆ, ਲਾੜਾ ਚੋਂਦੀਆਂ ਨੇ ਇਹਨਾਂ ਦੀਆਂ, ਘਰ ਭਰਨੇ ਆ ਆਪਣੇ ਇਹਨਾਂ ਨੇ। ਹੁਣ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਇਹਦਾ ਕਰਦੇ ਕੀ ਨੇ। ਇਹ ਪੈਸਾ ਜਿਹੜਾ ਹੈਗਾ ਆ ਸੰਗਤ ਜੀ, ਇਹ ਐਵੇਂ ਹੀ ਨਹੀਂ ਕਰਦੇ। ਹੁਣ ਇੱਕ ਹੋਰ 1999 ਤੁਹਾਨੂੰ ਮੈਂ ਇੱਕ ਦਸਤਾਵੇਜ਼ ਦਿਖਾਣਾ, ਸਾਈਡ ਤੇ ਮੈਂ ਪਲੇ ਕਰ ਦਿੰਦਾ ਆ, ਠੀਕ ਹੈ। ਬੀਬੀ ਜਗੀਰ ਕੌਰ ਦੇ ਕੀਤੇ ਵਾਅਦੇ ਮੁਤਾਬਿਕ ਸਨ 1999 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਉਣ ਵਾਲੀਆਂ ਚੋਣਾਂ ਵਾਸਤੇ ਗੁਰਦੁਆਰਿਆਂ ਦੇ ਖਾਤਿਆਂ ਵਿੱਚੋਂ, ਗੋਲਕ ਵਿੱਚੋਂ ਪੈਸਾ ਦਿੱਤਾ ਗਿਆ। ਇਹ ਪੈਸਾ ਬਿਲਡਿੰਗ ਫੰਡ ਲਈ ਸੀ, ਧਰਮ ਪ੍ਰਚਾਰ ਲਈ ਰੱਖਿਆ ਗਿਆ ਸੀ, ਜਾਂ ਫਿਰ ਲੰਗਰ ਦੇ ਖਾਤੇ ਵਿੱਚੋਂ ਲਿੱਤਾ ਗਿਆ ਸੀ, ਜਾਂ ਫਿਰ ਲੰਗਰ ਦੇ ਖਾਤਿਆਂ ਵਿੱਚੋਂ ਲਿੱਤਾ ਗਿਆ ਸੀ, ਜਿਸ ਦਾ ਵੇਰਵਾ ਇਸ ਤਰੀਕੇ ਨਾਲ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਖਾਤਿਆਂ ਵਿੱਚੋਂ 4 ਕਰੋੜ 80 ਲੱਖ 57 ਹਜ਼ਾਰ ਰੁਪਏ ਲਿੱਤੇ ਗਏ। ਫਤਿਹਗੜ੍ਹ ਸਾਹਿਬ ਖਾਤੇ ਵਿੱਚੋਂ 2 ਕਰੋੜ 15 ਲੱਖ 23 ਹਜ਼ਾਰ ਰੁਪਏ ਲਿੱਤੇ ਗਏ। ਦੁਖਨਿਵਾਰਨ ਸਾਹਿਬ ਪਟਿਆਲਾ ਦੇ ਖਾਤੇ ਵਿੱਚੋਂ 1 ਕਰੋੜ 65 ਲੱਖ 32 ਹਜ਼ਾਰ ਰੁਪਏ ਲਿੱਤੇ ਗਏ। ਅਨੰਦਪੁਰ ਸਾਹਿਬ ਤੋਂ 1 ਕਰੋੜ 75 ਲੱਖ 20 ਹਜ਼ਾਰ ਲਿੱਤੇ ਗਏ। ਮੁਕਤਸਰ ਖਾਤੇ ਦੇ ਵਿੱਚੋਂ 92 ਲੱਖ ਰੁਪਇਆ ਲਿੱਤਾ ਗਿਆ। ਆਲਮਗੀਰ ਤੋਂ 85 ਲੱਖ 10 ਹਜ਼ਾਰ। ਹੀਰਾ ਖਾਤੇ ਵਿੱਚੋਂ 64 ਲੱਖ 72 ਹਜ਼ਾਰ। ਤਰਨਤਾਰਨ 50 ਲੱਖ 12 ਹਜ਼ਾਰ ਰੁਪਏ ਲਿੱਤੇ ਗਏ। ਅਖਬਾਰੀ ਰਿਪੋਰਟ ਦੇ ਮੁਤਾਬਿਕ 6 ਕਰੋੜ ਰੁਪਏ ਦੀ ਸ਼ਰਾਬ ਮੰਗਵਾ ਕੇ ਵੰਡੀ ਗਈ। ਇਲਾਕਾ ਫਰੀਦਕੋਟ ਹਲਕੇ ਵਿੱਚ ਸੁਖਬੀਰ ਸਿੰਘ ਬਾਦਲ ਐਮਪੀ ਦਾ ਹਲਕਾ ਹੈ ਜੋ, ਮਤਲਬ ਇਹਦੇ ਵਿੱਚੋਂ ਤੁਸੀਂ ਇਹ ਸੋਚੋ ਵੀ 6 ਕਰੋੜ ਰੁਪਏ ਦੀ ਸਿਰਫ ਉਸ ਹਲਕੇ 'ਚ ਸ਼ਰਾਬ ਵੇਚੀ ਗਈ। ਤੇ ਤੁਹਾਨੂੰ ਦੱਸਦਾ ਟੋਟਲ ਇਹ ਜਿਹੜਾ ਅਮਾਉਂਟ ਬਣਦਾ ਆ, ਇਹ 11 ਕਰੋੜ 28 ਲੱਖ ਤੇ 60 ਹਜ਼ਾਰ ਰੁਪਏ ਬਣਦਾ ਆ। ਹੁਣ ਤੁਸੀਂ ਇਹ ਸੋਚੋ ਵੀ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਅਸੀਂ ਅਗਰ ਸਾਫ਼ ਕਹਿੰਦੇ ਆ ਵੀ ਇਹ ਚੂਨਾ ਲਾਉਂਦੇ ਆ, ਆਪਣੀਆਂ ਇਲੈਕਸ਼ਨਸ ਵਾਸਤੇ ਪੈਸਾ ਲੈ ਰਹੇ ਨੇ ਇਹ ਗੁਰੂ ਘਰ ਦੀਆਂ ਗੋਲਕਾਂ ਦੇ ਵਿੱਚੋਂ। ਕਰੋੜਾਂ ਰੁਪਈਆ ਗੁਰੂ ਦੇ ਫੰਡ ਜਿਹੜੇ ਰੱਖੇ ਹੋਏ ਨੇ, ਚਾਹੇ ਉਹ ਲੰਗਰ ਵਾਸਤੇ ਨੇ, ਚਾਹੇ ਬਿਲਡਿੰਗ ਵਾਸਤੇ ਨੇ, ਚਾਹੇ ਹੋਰ ਕਿਸੇ ਚੀਜ਼ ਵਾਸਤੇ ਨੇ, ਉਹ ਫੰਡ ਬੀਬੀ ਜਗੀਰੋ ਨੇ ਇਹਨਾਂ ਵਾਅਦਾ ਕੀਤਾ ਸੀ ਤਾਂ ਦੇ ਤੇ, ਉਸ ਤੋਂ ਬਾਅਦ ਕਿਹੜਾ ਬੰਦ ਹੋ ਗਿਆ ਹੋਊਗਾ? ਹੁਣ ਤਾਂ ਬੀਬੀ ਜਗੀਰ ਕੌਰ ਵੀ ਇਹਨਾਂ ਨੇ ਕੀ ਬੋਲਦੇ ਦੁੱਧ ਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰੀ ਆ। ਉਹ ਆਪਣਾ ਝੰਡਾ ਚੱਕੀ ਫਿਰਦੀ ਆ। ਸੋ ਇਹਨਾਂ ਦੇ ਕੋਈ ਕਿਰਦਾਰ ਹੈਗੇ ਨੇ। ਜਿਸ ਔਰਤ ਨੇ ਆਪਣੀ ਗਰਭਵਤੀ ਧੀ ਨਾ ਛੱਡੀ ਹੋਵੇ, ਉਹ ਮਾਰੀ ਹੋਵੇ, ਉਹਦੀ ਕੁੱਖ 'ਚ ਬੱਚਾ ਮਾਰਿਆ ਹੋਵੇ, ਉਸ ਤੋਂ ਬਾਅਦ ਸਜ਼ਾ ਭੁਗਤ ਕੇ ਆ ਗਈ ਹੋਵੇ, ਫਿਰ ਚਿੱਟਾ ਚੋਲਾ ਪਾ ਕੇ ਆ ਕੇ ਫਿਰ ਇਹਨਾਂ ਦੀ ਕਤਾਰ 'ਚ ਬਹਿ ਗਈ ਆ, ਉਸ ਤੋਂ ਬਾਅਦ ਫਿਰ ਉਹਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਵਜਰ ਕੁਰੈਤਾਂ ਦੇ ਵਿੱਚ ਹੈ ਨਾ, ਕੁੜੀ ਮਾਰ ਨੜੀ ਮਾਰ, ਨਹੀਂ ਅਸੀਂ ਉਹਦੇ ਨਾਲ ਸੰਬੰਧ ਰੱਖਣਾ, ਫੇਰ ਰੱਖੀ ਬੈਠੇ ਆ, ਫੇਰ ਅਸੀਂ ਬੀਬੀ ਜੀ ਤਲਵੇ ਚੱਟੀ ਬੈਠੇ ਆ। ਹੱਦ ਹੋ ਗਈ ਆ। ਜਿਹੜੇ ਤੁਹਾਡੇ ਉੱਥੇ ਗੰਦ ਭਰੇ ਹੋਏ ਨੇ, ਜਿਹੜੇ ਧੀਆਂ ਭੈਣਾਂ ਦੀ ਪੱਤਾਂ ਵੱਲ ਨਜ਼ਰ ਰੱਖਦੇ ਨੇ, ਜਿਨ੍ਹਾਂ ਨੇ ਗੰਦ ਪਾਇਆ ਹੋਇਆ ਸਰਾਹਾਂ ਦੇ ਵਿੱਚ, ਤੁਸੀਂ ਉਹਨਾਂ ਨੂੰ ਸ਼ਾਬਾਸ਼ੀ ਹੱਲਾਸ਼ੇਰੀ ਦੇ ਰਹੇ ਹੋ। ਤੇ ਜਿਹੜੇ ਵਿਚਾਰੇ ਫਲਾਈਂਗ ਵਾਲੇ ਲੱਭਦੇ ਆ ਇਹੋ ਜਿਹੇ ਗੰਦ ਨੂੰ ਤੁਹਾਡੇ ਸਾਹਮਣੇ ਲਿਆ ਕੇ ਜੱਗ ਜ਼ਾਹਿਰ ਕਰਦੇ ਆ ਭਾਈ ਆ ਬੰਦ ਕਰਵਾ ਦਿਓ ਗੰਦ, ਤੁਸੀਂ ਉਹਨਾਂ ਨੂੰ ਸੂਲੀ ਟੰਗਦੇ ਹੋ। ਫਟਾਫਟ ਜਾ ਕੇ ਭੱਜ ਕੇ ਕੈਮਰਿਆਂ ਦੇ ਵਿੱਚੋਂ ਫੁਟੇजेस ਡਿਲੀਟ ਕਰਵਾਉਂਦੇ ਹੋ। ਫਿਰ ਤਾਂ ਵੀ ਕਹਿਣਾ ਕਿ ਅਸੀਂ ਬੋਲੀਏ ਨਾ, ਪੋਤੜੇ ਫੋਲੀਏ ਨਾ। ਬੇਸ਼ਰਮੀ ਦੀ ਹੱਦ ਹੁੰਦੀ ਹੈ। ਹੁਣ ਤਾਂ ਮੈਂ ਸੰਗਤ ਨੂੰ ਸਿੱਧਾ ਕਹਿਤਾ, ਗੁਰੂ ਘਰ ਦੇ ਵਿੱਚ ਸੰਗਤ ਜੀ ਜਿਹੜਾ ਮਰਜ਼ੀ ਗੁਰੂ ਘਰ ਹੋਵੇ, ਚਾਹੇ ਐਸਜੀਪੀਸੀ ਚਾਹੇ ਪ੍ਰਾਈਵੇਟ, ਕੋਈ ਵੀ ਬੰਦਾ ਤੁਹਾਡੇ ਨਾਲ ਬਦਤਮੀਜ਼ੀ ਨਾਲ ਪੇਸ਼ ਆਂਦਾ, ਗਾਲ ਕੱਢ ਕੇ ਗੱਲ ਕਰਦਾ, ਘੁਮਾ ਕੇ ਮੂੰਹ ਤੇ ਚਪੇੜ ਮਾਰੋ, ਪਹਿਲਾਂ ਕੁਝ ਨਹੀਂ ਕਰਨਾ। ਜੇ ਤੁਹਾਡੇ ਨਾਲ ਬਦਤਮੀਜ਼ੀ ਹੁੰਦੀ ਹੈ, ਨਾਲ ਹੀ ਨੌਜਵਾਨਾਂ ਨੂੰ ਮੈਂ ਕਹੂੰਗਾ, ਜੇ ਕਿਸੇ ਨੂੰ ਵੀ ਗੁਰੂ ਘਰ ਦੇ ਹਦੂਦ ਅੰਦਰ ਤੁਸੀਂ ਬਦਤਮੀਜ਼ੀ ਕਰਦੇ ਦੇਖਦੇ ਹੋ, ਪੁੱਠੀਆਂ ਹਰਕਤਾਂ ਕਰਦੇ ਦੇਖਦੇ ਹੋ, ਘੁਮਾ ਕੇ ਚਪੇੜ ਮਾਰੋ। ਕੋਈ ਦੇਖਣ ਦੀ ਲੋੜ ਨਹੀਂ। ਗਾਤਰਾ ਪਾਇਆ ਇਹਨੇ ਤੇ ਦਾੜਾ ਛੱਡਿਆ ਆ, ਪ੍ਰਕਾਸ਼ ਕੀਤਾ ਬਾਬਾ ਜੀ ਆ, ਪਹਾੜ ਚ ਗਏ ਇਹੋ ਜਿਹੇ ਬਾਬੇ ਮਸੰਦ ਨੇ ਇਹ ਚੋਲੇ ਪਾ ਕੇ ਜਿਹੜੇ ਬੈਠੇ ਹੋਏ ਨੇ। ਇਹਨਾਂ ਨੂੰ ਜਦੋਂ ਹੌਲੀ ਹੌਲੀ ਤੁਸੀਂ ਨੰਗਾ ਕਰੋਗੇ ਨਾ, ਆਪ ਤੁਸੀਂ ਛਿੱਤਰ ਫੇਰਨਾ ਇਹਨਾਂ ਨੂੰ ਸ਼ੁਰੂ ਕਰੋਗੇ ਸੰਗਤ ਦੇ ਸਾਹਮਣੇ, ਤਾਂ ਇਹਨਾਂ ਦੀਆਂ ਕਰਤੂਤਾਂ ਸੁਧਰਨਗੀਆਂ। ਵੈਸੇ ਮੇਰੇ ਬੋਲਣ ਦੇ ਨਾਲ ਹੀ ਬੜੀਆਂ ਸੁਧਰ ਜਾਣੀਆਂ ਨੇ ਹੁਣ ਤਾਂ, ਕਿਉਂਕਿ ਪਤਾ ਲੱਗ ਜਾਣਾ ਹੈ। ਜੇ ਜ਼ਮੀਰਾਂ ਜਾਗਦੀਆਂ ਨੇ ਤਾਂ ਆਹ ਕੰਮ ਕਰਨੇ ਸ਼ੁਰੂ ਕਰੋ। ਮੈਂ ਸੰਗਤ ਜੀ ਕਿਸੇ ਨੂੰ ਭੜਕਾ ਨਹੀਂ ਰਿਹਾ, ਪ੍ਰਵੋਗ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਹਾਂ ਬਿਨਾਂ ਮਤਲਬ ਤੋਂ ਇਹ ਕੰਮ ਤੁਸੀਂ ਨਹੀਂ ਕਰਨਾ। ਜਦੋਂ ਤੱਕ ਕੋਈ ਤੁਹਾਡੀ ਪੱਤ ਨੂੰ ਹੱਥ ਨਾ ਪਾਵੇ, ਜਦੋਂ ਤੱਕ ਕੋਈ ਤੁਹਾਡੇ ਨਾਲ ਬਦਤਮੀਜ਼ੀ ਨਾ ਕਰੇ, ਜਦੋਂ ਤੱਕ ਕੋਈ ਤੁਹਾਡੇ ਨਾਲ ਗੰਦੀਆਂ ਗਾਲਾਂ ਕੱਢ ਕੇ ਗੱਲ ਨਾ ਕਰੇ,
ਜਾਂ ਤੁਹਾਨੂੰ ਬੇਮਤਲਬ ਤੋਂ ਨੀਵਾਂ ਨਾ ਦਿਖਾ ਰਿਹਾ ਹੋਵੇ ਜਾਤ ਪਾਤ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ, ਕਿਉਂਕਿ ਗੁਰੂ ਘਰਾਂ ਦੇ ਵਿੱਚ ਆ ਸਭ ਜਾਤ ਪਾਤ ਇਹ ਉਹ ਸਭ ਵਰਜਤ ਆ। ਇੱਕ ਪੰਗਤ ਇੱਕ ਸੰਗਤ ਉਹੀ ਆ ਲੰਗਰ ਦੀ ਜੋ ਪ੍ਰਥਾ, ਠੀਕ ਹੈ ਜੀ, ਉਹਦੇ ਵੱਲ ਧਿਆਨ ਦਿਓ। ਤੇ ਆਓ ਹੁਣ ਜਰਾ ਧਾਮੀ ਦੀ ਥੋੜੀ ਜਿਹੀ ਸੇਵਾ ਕਰਦੀ ਆ। ਬੜੀਆਂ ਚੀਕਾਂ ਮਾਰਦਾ ਸੀ ਨਾ ਪਰਸੋਂ, ਇੱਕ ਭੌਂਕਾ ਰੱਖਿਆ ਆ, ਮੈਨੂੰ ਹਿਟਲਰ ਕਹਿੰਦਾ ਆ, ਸ਼ਕਲ ਤੇਰੀ ਰੋਣ ਵਰਗੀ ਬਣੀ ਹੋਈ ਸੀ, ਤੂੰ ਤਾਂ ਹਿਟਲਰ ਤੋਂ ਵੀ ਗਿਰ ਗਿਆ ਆ। ਜਿਹਨਾਂ ਨੇ ਕੌਮ ਵਾਸਤੇ ਸ਼ਹਾਦਤਾਂ ਦਿੱਤੀਆਂ, ਕੌਮ ਵਾਸਤੇ ਕੁਰਬਾਨੀਆਂ ਕੀਤੀਆਂ, ਤੂੰ ਤਾਂ ਉਹਨਾਂ ਦੇ ਬੱਚਿਆਂ ਨੂੰ ਨਹੀਂ ਛੱਡ ਰਿਹਾ, ਉਹਨਾਂ ਦਾ ਖੂਨ ਪੀਣ ਤੇ ਆ ਗਿਆ ਆ, ਫੇਰ ਕਹਿੰਦਾ ਅਸੀਂ ਬਖਸ਼ ਦਈਏ ਤੈਨੂੰ। ਆਇਆ ਵੱਡਾ ਪ੍ਰਧਾਨ, ਮੈਨੂੰ ਹਰਜਿੰਦਰ ਸਿੰਘ ਧਾਮੀ ਤੇ ਤੁਸੀਂ ਚਿੱਕੜ ਸੁੱਟ ਲਓ ਜਿਹੜਾ ਸੁੱਟਣਾ ਆ, ਮੈਨੂੰ ਕਹਿ ਲਓ ਤੁਸੀਂ ਜੋ ਕਹਿਣਾ ਆ, ਪਰ ਐਸਜੀਪੀਸੀ ਪ੍ਰਧਾਨ ਨੂੰ ਨਾ ਕਹੋ, ਉਸ ਅਹੁਦੇਦਾਰ ਨੂੰ ਨਾ ਕਹੋ। ਕਿਉਂ? ਧਾਮੀ ਹੋਰ ਆ ਤੇ ਪ੍ਰਧਾਨ ਧਾਮੀ ਹੋਰ ਆ। ਘਟੀਆ ਕਰਤੂਤਾਂ ਤੇ ਫਿਰ ਦੋਗਲੇ ਚਿਹਰੇ ਤੇ ਫਿਰ ਉਸ ਤੋਂ ਬਾਅਦ ਸੰਗਤ ਦੀ ਅੱਖਾਂ ਜਾਏ ਘੱਟਾ ਪਾਣਾ ਹੁਣ ਨਹੀਂ ਪੈਂਦਾ। ਧਾਮੀ ਇੱਕੋ ਹੀ ਆ, ਪ੍ਰਧਾਨ ਵੀ ਉਹੀ ਆ ਐਸਜੀਪੀਸੀ ਦਾ, ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ, ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ ਦਾ ਪ੍ਰਧਾਨ ਧਾਮੀ ਆ, ਹਰਜਿੰਦਰ ਧਾਮੀ ਸਿੰਘ ਨਹੀਂ ਲਾਂਦਾ, ਠੀਕ ਹੈ। ਤੇ ਚੋਰਾਂ ਠੱਗਾਂ ਡਾਕੂਆਂ ਨੂੰ ਬਚਾਉਣ ਵਾਲਾ, ਉਹਨਾਂ ਦਾ ਕੁਨਬਾ ਬਣਾਉਣ ਵਾਲਾ, ਜਿਹੜੀ 1925 ਐਕਟ ਆ ਉਦੋਂ ਸ਼ੈਲਟਰ ਬਣਾ ਕੇ, ਠੀਕ ਹੈ, ਉਹਦੇ ਥੱਲੇ ਚੋਰੀਆਂ ਕਰਾਉਣ ਵਾਲਾ, ਠੱਗੀਆਂ ਕਰਾਉਣ ਵਾਲਾ, ਉਹ ਵੀ ਹਰਜਿੰਦਰ ਸਿੰਘ ਧਾਮੀ ਹੈ। ਜੇ ਨਹੀਂ ਹੈ ਤਾਂ ਸਾਬਿਤ ਕਰ, ਛਾਨਣ ਵਾਲਾ ਕੱਢ ਐਸਜੀਪੀਸੀ ਤੋਂ ਬਾਹਰ ਗੰਦ ਸਾਰਾ। ਗੰਦ ਕਿੱਦਾਂ ਕੱਢ ਦੇਗਾ? ਸਭ ਤੋਂ ਪਹਿਲਾਂ ਤੈਨੂੰ ਆਪਣੇ ਆਪ ਨੂੰ ਬਾਹਰ ਕੱਢਣਾ ਪੈਣਾ ਆ, ਨਹੀਂ ਤੇਰੀਆਂ ਕੁਰਬਾਨੀਆਂ ਬਹੁਤ ਹੈ ਨਾ, ਦੱਸ ਦਊਂਗੀ ਤੇਰੀਆਂ ਕੁਰਬਾਨੀਆਂ। ਆ ਜਾਓ ਪਹਿਲਾਂ। ਐਸਜੀਪੀਸੀ EMPLOYEE ਯੂਨੀਅਨ ਭਾਈ ਗੁਰਪ੍ਰੀਤ ਸਿੰਘ ਦੀ ਬਦਲੀ ਹਾਪੁੜ ਯੂਪੀ ਵਿਖੇ ਸਿੱਖ ਮਿਸ਼ਨ ਵਿਖੇ ਕਰ ਦਿੱਤੀ ਗਈ ਹੈ। ਇਹ ਸ਼੍ਰੀ ਦਰਬਾਰ ਸਾਹਿਬ ਵਿਖੇ ਮੈਨੇਜਰ ਸਨ ਤੇ ਨਰਕਧਾਰੀ ਨੂੰ ਜਿਹਨਾਂ ਨੇ ਸੋਧਿਆ ਸੀ ਭਾਈ ਗਿਆਨ ਸਿੰਘ, ਇਹ ਉਹਨਾਂ ਦੇ ਸਪੁੱਤਰ ਨੇ ਭਾਈ ਗਿਆਨ ਸਿੰਘ। ਜਥੇਦਾਰ ਭਾਈ ਰਣਜੀਤ ਸਿੰਘ ਤੇ ਭਾਈ ਗਿਆਨ ਸਿੰਘ ਨੇ ਮਿਲ ਕੇ ਨਰਕਧਾਰੀ ਨੂੰ ਸੋਧਾ ਲਾਇਆ ਸੀਗਾ। ਲੱਕੜ ਦੀਆਂ ਚਗਾਠਾਂ ਦੇ ਵਿੱਚ ਜਿਹਨਾਂ ਨੇ ਬੰਦੂਕ ਲੁਕੋਈ ਸੀ ਤੇ ਜਿਹੜੇ ਲੈ ਕੇ ਗਏ ਸੀ ਉਹ ਭਾਈ ਗਿਆਨ ਸਿੰਘ ਹੀ ਸੀ ਭਾਈ ਰਣਜੀਤ ਸਿੰਘ ਦੇ ਨਾਲ। ਹੁਣ ਉਹਨਾਂ ਦੇ ਪੁੱਤਰ ਤੱਕ ਨੂੰ ਇਹਨਾਂ ਨੇ ਨਹੀਂ ਬਖਸ਼ਿਆ। ਕਿਉਂ? ਕਿਉਂਕਿ ਉਹ ਯੂਨੀਅਨ ਮੀਤ ਪ੍ਰਧਾਨ ਆ, ਜਿਹੜੀ ਹੁਣ ਇਹਨਾਂ ਦੇ ਕਾਮਿਆਂ ਦੀ ਯੂਨੀਅਨ ਬਣੀ ਹੈ। ਹੁਣ ਤੁਸੀਂ ਇਹ ਸੋਚੋ ਵੀ ਮੈਂ ਧਾਮੀ ਤੇਰੇ ਤੋਂ ਪੁੱਛਦਾ, ਤੂੰ ਕੌਮ ਵਾਸਤੇ ਕੀ ਕੀਤਾ? ਕਦੀ ਆਪਣੀ ਚੀਚੀ ਨੂੰ ਵੀ ਤੇਲ ਖੂਨ ਲਵਾਇਆ ਆ? ਖੈਰ ਸੱਚਾਈ ਨਿਕਲ ਗਈ, ਤੇਲ ਤਾਂ ਬਥੇਰੀ ਵਾਰ ਲਵਾਇਆ ਹੋਣਾ ਚੀਚੀ ਨੂੰ, ਠੀਕ ਹੈ, ਖੂਨ ਲਵਾਇਆ ਆ, ਕੌਮੀ ਬਣੇ ਫਿਰਦੇ ਹੋ। ਮੈਂ ਦੱਸਾਂ, ਚੀਚੀ ਨੂੰ ਤੂੰ ਖੂਨ ਲਵਾਇਆ ਹੋਵੇ ਨਾ ਲਵਾਇਆ ਹੋਵੇ, ਠੀਕ ਹੈ, ਪਰ ਹਾਂ ਕੌਮ ਦਾ ਬੜਾ ਖੂਨ ਬਹਾਇਆ ਹੈ। ਪੋਸਟਰ ਜਾਰੀ ਕੀਤਾ ਹੀ ਸੀਗਾ, ਅਖਬਾਰ ਦੇ ਵਿੱਚ ਹੈਗਾ ਹੀ ਆ, ਕਿੰਨਿਆਂ ਟੌਟਾਂ ਦੇ ਨਾਲ ਰਿਹਾ ਆ। ਕਹਿਣ ਨੂੰ ਧਾਮੀ ਵਕੀਲ ਸਵੇਰੇ ਸਿੰਘ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚ ਬਹਿ ਕੇ ਉਹਨਾਂ ਦਾ ਆਪਣਾ ਬਣ ਕੇ ਕੇਸ ਲੜ ਰਿਹਾ ਹੈ ਤੇ ਰਾਤ ਨੂੰ ਫਿਰ ਟੌਟਾਂ ਨੂੰ ਜਾ ਕੇ ਸਾਰਾ ਇਨਫੋਰਮੇਸ਼ਨ ਦੇਣੀ ਉਹਨਾਂ ਦੀ। ਬਾਦਲ ਸਾਹਿਬ ਵੀ ਸਵੇਰੇ ਭੋਗਾਂ ਤੇ ਰਾਤ ਨੂੰ KPS ਗਿੱਲ ਕੋਲ। ਨੌਜਵਾਨੀ ਕਿਹਨਾਂ ਨੇ ਮਰਵਾਈ ਪੰਜਾਬ ਦੀ? ਹੁਣ ਪ੍ਰਧਾਨੀਆਂ ਸਾਹਮਣੇ ਬੈਠੇ ਹੋ। ਭਗਵੇਂ ਏਜੰਡੇ, ਭਗਵੇਂ ਝੰਡੇ, ਚਿੱਟੇ ਕੁੜਤੇ, ਕਾਲੀਆਂ ਕਰਤੂਤਾਂ, ਕੀ ਕਹਿ ਸਕਦਾ ਮੈਂ? ਸੱਚ ਹੈ, ਦੁਨੀਆ ਦੇ ਸਾਹਮਣੇ ਹੈ, ਤੁਸੀਂ ਜੋ ਮਰਜ਼ੀ ਕਰੀ ਜੋ, ਜੋ ਮਰਜ਼ੀ ਕਰੀ ਜੋ। ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ EMPLOYEE ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੂਮਾ ਦੀ ਵੀ ਇਹਨਾਂ ਨੇ ਬਦਲੀ ਕਰ ਦਿੱਤੀ ਹੈ, ਉਹ ਵੀ ਉਜੈਨ। ਆਰਡਰ ਜਿਹੜੇ ਮੈਨੇਜਰ ਨੇ ਭੇਜਿਆ, ਉਹ ਮੈਨੇਜਰ ਦੀ ਹੁਣ ਮੈਂ ਡਿਟੇਲਿੰਗ ਥੋੜੀ ਜਿਹੀ ਕਢਵਾਉਂਗਾ। ਮੈਨੇਜਰ ਹੈਗਾ ਜੀ ਭਗਵੰਤ ਸਿੰਘ, ਠੀਕ ਹੈ ਜੀ। ਇਹਨਾਂ ਨੇ ਆਰਡਰ ਜਾਰੀ ਕੀਤੇ ਨੇ ਤੇ ਹਾਂ ਹੁਣ ਭਗਵੰਤ ਜੀ ਤੁਸੀਂ ਵੀ ਧਿਆਨ ਰੱਖਿਓ, ਤੁਹਾਡੀ ਇਨਫੋਰਮੇਸ਼ਨ ਮੇਰੇ ਕੋਲ ਪਹੁੰਚ ਜਾਏਗੀ 2-4 ਦਿਨਾਂ ਦੇ ਵਿੱਚ, ਕਿਉਂਕਿ ਆਰਡਰ ਤੁਸੀਂ ਜ਼ਾਹਿਰ ਕੀਤਾ ਨਾ। ਤੁਸੀਂ ਚਾਹੇ ਤੁਹਾਨੂੰ ਡੰਡਾ ਜਿਹੜਾ ਮਰਜ਼ੀ ਚੜਿਆ ਹੋਵੇ, ਤੁਹਾਨੂੰ ਤਾਂ ਸ਼ਰਮ ਹੈ ਨਹੀਂ ਕਿ ਮਾਸਾ ਵੀ? ਘੱਟੋ ਘੱਟ ਤੁਹਾਨੂੰ ਇਹ ਸ਼ਰਮ ਹੋਣੀ ਚਾਹੀਦੀ ਸੀ। ਜਿਹਨਾਂ ਨੇ ਨਰਕਧਾਰੀ ਨੂੰ ਸੋਧਾ ਲਾਇਆ, ਮੈਂ ਉਹਦੇ ਪੁੱਤ ਦਾ ਕਿੱਦਾਂ ਆਰਡਰ ਤਿਆਰ ਕਰਦਾ? ਤੁਸੀਂ ਹੱਥ ਖੜੇ ਕਰ ਸਕਦੇ ਸੀ ਵੀ ਮੈਂ ਭਾਈ ਇਸ ਮੁੰਡੇ ਦਾ ਆਰਡਰ ਨਹੀਂ ਤਿਆਰ ਕਰ ਸਕਦਾ। ਪਹਿਲੀ ਗੱਲ ਤਾਂ ਧਾਮੀ ਸ਼ਰਮ ਨਾਲ ਡੁੱਬ ਕੇ ਉਦੋਂ ਹੀ ਮਰ ਜਾਣਾ ਚਾਹੀਦਾ ਸੀਗਾ ਜੇ ਤੈਨੂੰ ਪਤਾ ਝੂਠ ਦੇ ਘਪਲੇ ਦੇ ਵਿੱਚ ਭਾਈ ਗਿਆਨ ਸਿੰਘ ਦਾ ਤੁਹਾਨੂੰ ਲੱਗਦਾ ਹੈ ਬੇਟਾ ਸ਼ਾਮਿਲ ਹੋ ਸਕਦਾ ਸੀ। ਕੌਮ ਵਾਸਤੇ ਸ਼ਹਾਦਤ ਜਿਹਨੇ ਦਿੱਤੀ ਹੈ, ਸ਼ਹੀਦਾਂ ਦੇ ਪਰਿਵਾਰਾਂ ਨੇ ਅਗਰ ਤੁਹਾਡੇ ਕੋਲ ਉੱਥੇ ਨੌਕਰੀਆਂ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈ। ਦੁੱਧ ਚੋਂ ਮਤਲਬ ਬਾਲਵਾਂ ਕੱਢ ਕੇ ਤੁਸੀਂ ਬਾਹਰ ਮਾਰੋਗੇ ਉਹਨੂੰ? ਬੋਲੋ, ਕੋਈ ਜ਼ਿੰਮੇਵਾਰੀ ਹੈ ਨਹੀਂ ਸ਼ਹੀਦ ਪਰਿਵਾਰਾਂ ਵਾਸਤੇ? ਹੁਣ ਮੈਂ ਕਹਿੰਦਾ ਐਸਜੀਪੀਸੀ ਦੇ ਸਾਰੇ EMPLOYEES ਨੂੰ ਨਹੀਂ ਜਾਣ ਦੇਣੇ ਇਹ ਦੋਨੋਂ, ਅਸੀਂ ਬਾਹਰ ਇੱਥੇ ਰਹੋਗੇ। ਦੇਖਦੇ ਆ ਇਹਨਾਂ ਨੂੰ ਕੀ ਕਰਦੇ, ਸਸਪੈਂਡ ਕਰਦਾ ਧਾਮੀ, ਤੁਹਾਨੂੰ ਬਰਖਾਸਤ ਕਰਦਾ ਆ, ਕੀ ਕਰਦਾ ਕਰਨ ਦੋ। ਤੁਸੀਂ ਰੈਜ਼ਿਗਨੇਸ਼ਨ ਸਾਈਨ ਨਹੀਂ ਕਰਨਾ, ਜਿਹੜੇ ਅਹੁਦੇ ਤੇ ਹੈਗੇ ਹੋ ਉੱਥੇ ਬੈਠੋ, ਉੱਥੇ ਹੀ ਕੰਮ ਕਰੋ, ਰਹੋ ਉੱਥੇ।
ਹੁਣ ਆਪਣੀ ਈਨ ਨਹੀਂ ਮੰਨਣੀ, ਇਹਨਾਂ ਦੀ ਧੌਣ 'ਚ ਕਿੱਲਾ ਗੱਡਣਾ ਆ, ਕਿਉਂਕਿ ਇਹਨਾਂ ਨੇ ਬਹੁਤ ਗੰਦ ਪਾ ਲਿਆ। ਸਾਰੀ ਸਿੱਖ ਸੰਗਤ ਤੁਹਾਡੇ ਨਾਲ ਆ, ਕਮੈਂਟਸ ਦੇ ਵਿੱਚ ਪੜ੍ਹ ਲਿਓ। ਸਾਰੀ ਸਿੱਖ ਸੰਗਤ ਤੁਹਾਡੇ ਨਾਲ ਆ, ਸਾਰੀ ਕੌਮ ਤੁਹਾਡੇ ਨਾਲ ਆ। ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਵੀ ਐਸਜੀਪੀਸੀ ਦੇ EMPLOYE ਹੈਗੇ ਨੇ, ਅਧਿਕਾਰੀ ਹੈਗੇ ਨੇ, ਉਹ ਸਾਰੇ ਸਿਰ ਮੱਥੇ ਪ੍ਰਵਾਨ ਆ ਕੌਮ ਨੂੰ। ਦਿਲੋਂ ਤੁਹਾਡੀ ਸਾਰਿਆਂ ਦੀ ਇੱਜ਼ਤ, ਚਾਹੇ ਛੋਟੇ ਤੋਂ ਛੋਟਾ ਕੰਮ ਹੈ, ਚਾਹੇ ਉੱਚ ਤੋਂ ਉੱਚੇ ਅਹੁਦੇ ਤੇ ਬੈਠਿਆ ਹੋਇਆ ਸਾਫ਼ ਸੁਥਰਾ ਬੰਦਾ ਆ, ਉਹ ਪਤਾ ਲੱਗ ਜਾਂਦਾ ਆ। ਅੱਧੇ ਨਾਲ ਵੱਧ ਦੇ ਚਿੱਠੇ ਸਾਡੇ ਕੋਲ ਆ ਗਏ ਆ, ਬਾਕੀਆਂ ਦੇ ਵੀ ਹੌਲੀ ਹੌਲੀ ਪਹੁੰਚ ਹੀ ਜਾਣਗੇ। ਇਸ ਕਰਕੇ ਕਹਿੰਦੇ ਆ ਵੀ ਅਗਰ ਮੈਂ ਐਸਜੀਪੀਸੀ ਦੀ ਗੱਲ ਕਰਦਾ ਤਾਂ ਸਾਰਿਆਂ ਨੂੰ ਮੈਂ ਟਾਰਗੇਟ ਕਦੇ ਵੀ ਨਹੀਂ ਕਰਦਾ, ਜਿਹੜੇ ਜਾਗਦੇ ਜ਼ਮੀਰਾਂ ਵਾਲੇ ਹੈਗੇ ਨੇ ਤੁਸੀਂ ਜਾਣਦੇ ਹੋ। ਪਰ ਜਿਹੜੇ ਇਸ ਪੂਰੀ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਘੁਣ ਵਾਂਗੂ ਚਿਪਕੇ ਹੋਏ ਨੇ, ਉਹਨਾਂ ਨੂੰ ਬਾਹਰ ਕੱਢਣਾ ਇਸ ਵੇਲੇ ਜ਼ਰੂਰੀ ਹੈ। ਇਹ ਮੁਹਿੰਮ ਜਿਹੜੀ ਸ਼ੁਰੂ ਹੋਈ ਹੈ ਤਾਂ ਸੰਗਤ ਜੀ ਮੈਨੂੰ ਫੋਨ ਕਰਕੇ ਵਧਾਈਆਂ ਦੇਣ ਦੀ ਵੀ ਪ੍ਰੀਸੈਪਟੈਣੀ ਲੱਗਿਆ ਰਹੇ, ਬਹੁਤ ਵਧੀਆ, ਇਹ ਉਹਦੀ ਜ਼ਰੂਰਤ ਨਹੀਂ ਹੈ। ਮੈਂ ਸਿੰਪਲ ਕਿਹਾ ਹੈ RTIs ਪਾਓ, ਦਰਖਾਸਤਾਂ ਦਿਓ, ਠੀਕ ਹੈ, ਮੇਰਾ ਸਾਥ ਏਦਾਂ ਦੇ ਸਕਦੇ ਹੋ। CBI ਜਾਂਚ ਦੀ ਮੰਗ ਕਰੋ ਵੱਡੇ ਪੱਧਰ ਦੇ ਉੱਤੇ। ਗਵਰਨਮੈਂਟ ਆਫ ਇੰਡੀਆ ਨੂੰ ਵੀ ਲਿਖੋ, ਗਵਰਨਮੈਂਟ ਆਫ ਪੰਜਾਬ ਨੂੰ ਵੀ ਲਿਖੋ, DGP ਪੰਜਾਬ ਨੂੰ ਵੀ ਲਿਖੋ, ਇਹਨਾਂ ਦੀਆਂ ਸਾਰੀਆਂ ਕਰਤੂਤਾਂ ਲਿਖੋ। ਜਿੰਨੇ ਵੀ ਮੈਂ ਪਹਿਲਾਂ ਦੱਸ ਚੁੱਕਿਆ, ਜਿੰਨਾ ਵੀ ਜ਼ਮੀਨਾਂ ਦਾ ਵੇਰਵਾ ਆ ਉਹ ਇਹ ਦੇਣ, ਤੇ ਹੱਲੇ ਤਾਂ ਹੋਰ ਅੱਗੇ ਆਣਾ ਆ। ਇੱਕੋ ਹੀ ਟੱਬਰ ਨੂੰ ਇਹਨਾਂ ਨੇ ਪਤਾ ਨਹੀਂ ਕਿੰਨੇ 100 ਏਕੜ ਜ਼ਮੀਨ ਠੇਕੇ ਦਿੱਤੀ ਹੋਈ ਆ, ਤੇ ਦੁਕਾਨਾਂ ਵੀ ਬੜੀਆਂ ਨੇ। ਸਾਰੀ ਡਿਟੇਲ ਦੱਸਾਂਗੇ ਕੱਲ ਦੇ ਐਪੀਸੋਡ 'ਚ। ਧਾਮੀ ਤੇਰੀਆਂ ਕਰਤੂਤਾਂ ਵੀ ਆ ਰਹੀਆਂ ਨੇ, ਅੱਧੇ ਹੀ ਕਾਗਜ਼ ਪਹੁੰਚ ਗਏ ਆ ਮੇਰੇ ਕੋਲ, ਤੇਰੇ ਸਾਈਨ ਕੀਤੇ ਹੋਏ ਪੇਪਰ ਜ਼ਮੀਨ ਦੇ, ਜਿੱਥੇ ਤੂੰ ਚੜਾਏ ਆ, ਠੀਕ ਹੈ। ਬੜਾ ਵੱਡਾ ਬਣਿਆ ਫਿਰਦਾ ਨਾ ਪ੍ਰਧਾਨ, ਹੱਥ ਜੋੜ ਕੇ ਤੇਰੀ ਪ੍ਰਧਾਨਗੀ ਕੱਢਦਾ ਹੁਣ ਮੈਂ। ਭੌਂਕਾ ਅੱਜ ਵੀ ਭੌਂਕ ਖੜਿਆ, ਹੁਣ ਤੂੰ ਚੀਕਣਾ ਸ਼ੁਰੂ ਕਰ, ਠੀਕ ਹੈ। ਸੰਗਤ ਜੀ ਸਬਸਕ੍ਰਾਈਬ ਮੈਨੂੰ ਪਤਾ ਤੁਸੀਂ ਆਪਣੇ ਆਪ ਕਰ ਹੀ ਲੈਣਾ ਆ। ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਇਹਨਾਂ ਤੱਕ ਪਹੁੰਚੇ ਤੇ ਇਹਨਾਂ ਦੀਆਂ ਵੱਧ ਤੋਂ ਵੱਧ ਚੀਕਾਂ ਨਿਕਲਣ। ਤੇ ਇਸੇ ਦੇ ਨਾਲ ਮੈਂ ਕਹਿਣਾ ਕਿ ਕਰਕੇ ਪ੍ਰੀਤ ਸਿੰਘ ਸੈਣੀ ਸ਼ਾਰਟਸ ਕਰਕੇ ਇੱਕ ਹੋਰ ਚੈਨਲ ਹੈਗਾ ਆ, ਉਸ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ। ਉਸ ਦੇ ਉੱਤੇ ਮੈਂ ਸ਼ਾਰਟ ਵੀਡੀਓਜ਼ ਪਾ ਰਿਹਾ ਹਾਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਛੋਟੀ-ਛੋਟੀਆਂ ਜਿਹੜੀਆਂ ਰਹਿ ਜਾਂਦੀਆਂ ਨੇ, ਇਸ ਕਰਕੇ ਮੈਂ ਉਹਦੇ ਉੱਤੇ 2-2 3-3 ਮਿੰਟ ਦੀਆਂ ਵੀਡੀਓਜ਼ ਪਾਉਣਾ, ਵੀ ਤੁਸੀਂ ਉਹਦੇ ਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਤੇ ਜਿਹਨਾਂ ਨੇ ਚੈਨਲ ਦੀ ਮੈਂਬਰਸ਼ਿਪ ਲੈਣੀ ਹੈ, ਇਸ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਜੁਆਇਨ ਦਾ, ਉਹਨੂੰ ਜੁਆਇਨ ਕਰ ਸਕਦੇ ਹੋ, ਤੁਸੀਂ ਮੈਂਬਰਸ਼ਿਪ ਲੈ ਸਕਦੇ ਹੋ। ਬਾਕੀ ਹਾਂ, ਕਮੈਂਟਸ ਜ਼ਰੂਰ ਕਰਿਆ ਕਰੋ, ਤੁਹਾਡੀਆਂ ਭਾਵਨਾਵਾਂ ਦਾ ਉੱਥੋਂ ਮੈਨੂੰ ਪਤਾ ਲੱਗਦਾ, ਤੇ ਇਹਨਾਂ ਨੂੰ ਵੀ ਇਹਨਾਂ ਦੀ ਔਕਾਤ ਪਤਾ ਲੱਗਦੀ ਹੈ ਵੀ ਕਿੱਥੇ ਕੀ ਇੱਥੇ ਹੈਗੇ ਨੇ ਇਹ, ਠੀਕ ਹੈ ਜੀ। ਦਿਓ ਇਜਾਜ਼ਤ, ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।